वाहिगुरु जी का खालसा वाहिगुरु जी की फतेह। पतित पावन भगत वत्सल करुणा निदान रहमतां दे दाते साहिब श्री गुरु ग्रंथ साहिब जीआं दी पवित्र अते पावन अमृतमई गोद विच बड़े ही सत्कार सहित संध्या दे दीवाना विच आप जी जुड़ बैठे हो। आओ इस समय नूं सफला बनाइए। सतगुरां दे वरताए हुए जीवन जोत जिन्हां विचों आप जी ने सरवण कीता सी, सतगुरां दे सौरा मूल चंद जी सस चंदो रानी अपनी धी सुलखणी नूं लैण वास्ते आए ने। पर भैन नानकी जी मासी ते मासड़ जी दियां बार बार मिन्नतां कर रहे हैं, तुसी भरजाई जी नूं लेके ना जाओ। पर मूल चंद जी किसी भी बेनती नूं मनण वास्ते तैयार नहीं। सतगुरां दी महिमा दा वार्तालाप बेबे नानकी ने कीता है, पर गुरु साहब की महिमा सतगुरां की वडियाई मूल चंद जी के किसी भी काम नहीं है। वो अपनी जिद उत्ते अडोल हैं। इन्हां सारे प्रकरणां नूं आप जी ने विस्तार सहित सरवण कीता है। आओ कुछ समा मनचित व्यक्तियां नूं एकाग्र चित बनाइए। पाओ प्रेम की सांझ। गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। एह ठां रहन न तुम मन पाई, तो तलवंडी देहो पुजाई। जिस वेले बेबे नानकी बार बार मन भर के आखदे ने, मासी जी तरस करो साडे ते परोपकार करो, मैनू मेरी प्यारी भरजाई तो दूर ना करो। पर उन्हां दा फैसला बड़ा अटल है भी रोज रोज दियां लड़ाइयां तो रोज रोज दे दुखां तो असीं एक किनारा करना चाहुंदे। जदों भैन नानकी ने जान लिया भी इन्हां ने अपने फैसले तो पिछे नहीं मुड़ना, आखण लगे जे तुसीं चाहो असीं भरजाई जीआं नूं इन्हां दे सौड़ा पिंड भेज देने। राय भोई दी तलवंडी साडे कोल रह के खुश नहीं, अपनी सस मां त्रिपता दे घर रह के बड़े प्रसन्न होणगे। उत्थे हर तरह की खुशी इन्हां ते इन्हां दे बच्चिआं नूं मिलेगी। असीं कदे भी नहीं चाहुंदे कि मन मार के साडे कोल सुल्तानपुर लोधी रहन। पर जे इत्थे खुश नहीं, तलवंडी जा सकदे ने। रहें सास के निकट सुखारे, करहें सो पोत्रना की प्रित पारे। इन्हां नूं अपनी सस मां दा सहारा मिलूगा ते सस मां नूं धी वर्गी रूह दा सहारा। बच्चे
ਆਪਣੀ ਦਾਦੀ ਦੀ ਗੋਦ ਵਿੱਚ ਖੇਡ ਲਿਆ ਕਰਨਗੇ, ਦਾਦੀ ਆਪਣੇ ਪੋਤਿਆਂ ਨੂੰ ਪਿਆਰ ਜਤਾ ਲਿਆ ਕਰੂਗੀ। ਭੈਣ ਨਾਨਕੀ ਆਖਣ ਲੱਗੇ ਮੰਨਿਆ ਇਹਨਾਂ ਦਾ ਇੱਥੇ ਚਿੱਤ ਨਹੀਂ ਲੱਗਦਾ, ਪਰ ਪਿੰਡ ਜਾਣ ਨਾਲੋਂ ਪੇਕੇ ਜਾਣ ਨਾਲੋਂ ਸਹੁਰੇ ਘਰ ਜਾਣਾ ਚੰਗਾ ਏ। ਇਨਕੇ ਮਨ ਕੇ ਜਾਨ ਜਰਾਮੋ ਤਜੈ ਨਾ ਲੈ ਜਾਮੈ ਨਿਜ ਧਾਮੋ। ਸਤਿਗੁਰਾਂ ਦੇ ਭੈਣ ਜੀ ਦੇ ਬਚਨਾਂ ਨੂੰ ਸੁਣ ਕੇ ਸੱਸ ਚੰਦੋ ਰਾਣੀ ਆਖਣ ਲੱਗੀ ਧੀਏ ਹੁਣ ਕੁਛ ਨਹੀਂ ਹੋ ਸਕਦਾ। ਬੜੀ ਵਾਰ ਮੌਕੇ ਮਿਲੇ, 3 ਵਾਰ ਅਸੀਂ ਆ ਕੇ ਗੱਲਬਾਤ ਕੀਤੀ, ਹਰ ਵਾਰ ਸਾਨੂੰ ਦੁਖੀ ਹੋ ਕੇ ਆਉਣਾ ਪਿਆ। ਸਾਡਾ ਫੈਸਲਾ ਅਟੱਲ ਹੈ, ਅਸੀਂ ਆਪਣੀ ਧੀ ਸੁਲੱਖਣੀ ਨੂੰ ਲੈ ਕੇ ਹੀ ਜਾਣਾ ਹੈ ਕਿ ਇੱਥੇ ਇੱਕ ਪਲ ਵੀ ਨਹੀਂ ਰਹੇਗੀ। ਫਿਰ ਜੈ ਰਾਮ ਜੀ ਨੇ ਵੇਖਿਆ ਵੀ ਇਹ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਆਉਣਗੇ, ਜਾਣ ਗਏ ਨੇ ਵੀ ਜੋ ਮੂਲ ਚੰਦ ਜੀ ਨੇ ਕਹਿ ਦਿੱਤਾ, ਜੋ ਪਟਵਾਰੀ ਜੀ ਨੇ ਆਖ ਦਿੱਤਾ ਉਹ ਕਰਕੇ ਵਿਖਾਉਣਗੇ। ਫਿਰ ਉਹਨਾਂ ਨੇ ਇੱਕ ਨਵਾਂ ਤਰੀਕਾ ਅਪਣਾਇਆ ਜੈ ਰਾਮ ਜੀ ਵੀ ਠੀਕ ਹੈ, ਅਸੀਂ ਮਿੰਨਤਾਂ ਕਰ ਲਈਆਂ, ਤਰਲੇ ਕਰ ਲਏ, ਬਾਰ-ਬਾਰ ਹੱਥ ਵੀ ਜੋੜ ਲਏ, ਪਰ ਸਾਡੀ ਬੇਵਸੀ ਹੈ, ਸਾਡੀ ਇਹ ਮੰਨਣ ਨੂੰ ਤਿਆਰ ਨਹੀਂ। ਅਨਕ ਯਤਨ ਕਰ ਰਹੇ ਨ ਮਨ ਹੈ, 300 ਇਹ ਬਿਦ ਬਚਨ ਬਖਾਨ ਹੈ। ਤੇ ਫਿਰ ਜੈ ਰਾਮ ਜੀ ਇੱਕ ਗੱਲ ਕਹਿਣ ਲੱਗੇ, ਮਨ ਹੀ ਮਨ ਸੋਚਦੇ ਵੀ ਬੜਾ ਕੁਝ ਕਹਿ ਕੇ ਵੇਖ ਲਿਆ, ਸਮਝਾ ਕੇ ਵੇਖ ਲਿਆ, ਤਰਲੇ ਕਰਕੇ ਵੇਖ ਲਏ, ਕਸਮਾਂ ਪਾ ਕੇ ਵੇਖ ਲਈਆਂ, ਜਦੋਂ ਮੂਲ ਚੰਦ ਤੇ ਚੰਦੋ ਰਾਣੀ ਜੀ ਇੱਕ ਪੈਰ ਵੀ ਪਿੱਛੇ ਨਹੀਂ ਹਟਦੇ। ਮਤਲਬ ਇੰਨੇ ਗੁੱਸੇ ਵਿੱਚ ਨੇ, ਅੱਜ ਗੁਰੂ ਨਾਨਕ ਸਾਹਿਬ ਜੀ ਦੇ ਇੰਨੇ ਵਿਰੁੱਧ ਹੋ ਗਏ ਵੀ ਉਹ ਸਤਿਗੁਰਾਂ ਦਾ ਨਾਂ ਨਹੀਂ ਸੁਣ ਰਹੇ। ਜੇ ਭੈਣ ਨਾਨਕੀ ਆਪਣੇ ਵੀਰ ਦੀ ਮਹਿਮਾ ਕਰਦੀ ਹੈ, ਸੱਸ ਚੰਦੋ ਰਾਣੀ ਆਖਦੀ ਹੱਥ ਜੋੜੇ ਤੇਰਾ ਵੀਰ ਤੈਨੂੰ ਮੁਬਾਰਕ, ਸਾਡੀ ਤੇ ਧੀ ਦਾ ਘਰ ਉਜਾੜਿਆ। ਇੰਨੇ ਗੁੱਸੇ 'ਚ ਬੋਲ ਰਹੇ ਆ। ਉਸ ਵੇਲੇ ਜੈ ਰਾਮ ਜੀ ਨੇ ਸੋਚਿਆ ਵੀ ਲੈ ਕੇ ਨਾ ਧੀ ਨੂੰ ਜਾਣਾ ਹੀ ਜਾਣਾ, ਸਾਡੇ ਕੀ ਰੁਕਣਾ ਨਹੀਂ, ਲੱਖ ਕੋਸ਼ਿਸ਼ਾਂ ਕਰੀਏ ਅਸੀਂ ਨਿਸ਼ਫਲ ਹੋਵਾਂਗੇ। ਫਿਰ ਉਹ ਮੂਲ ਚੰਦ ਜੀ ਦੇ ਨੇੜੇ ਆ ਕੇ ਨਾ ਬੜੇ ਅਦਬ ਦੇ ਨਾਲ ਸਿਆਣੀ ਗੱਲ ਕਰਦੇ ਆ, ਕਿਉਂਕਿ ਬੰਦਿਆਂ ਦੀਆਂ ਗੱਲਾਂ ਸਦਾ ਬੰਦੇ ਹੀ ਸੁਣਦੇ ਮੰਨਦੇ। ਜੈ ਰਾਮ ਆਖਣ ਲੱਗੇ ਮੈਂ ਹੱਥ ਜੋੜ ਬੇਨਤੀ ਕਰਦਾ, ਬੜੇ ਧਿਆਨ ਦੇ ਨਾਲ, ਬੜੇ ਪ੍ਰੇਮ ਦੇ ਨਾਲ, ਤੁਸੀਂ ਜੇ ਮੇਰੀ ਇਸ ਗੱਲ ਨੂੰ ਮੰਨ ਲਓ, ਇਹ ਰਿਸ਼ਤਾ ਟੁੱਟਦਾ ਟੁੱਟਦਾ ਨਹੀਂ ਟੁੱਟੇਗਾ, ਕਿਉਂਕਿ ਜੈ ਰਾਮ ਨਹੀਂ ਸਨ ਚਾਹੁੰਦੇ ਇਹ ਰਿਸ਼ਤਾ ਟੁੱਟ ਜਾਵੇ। ਪਰ ਮੂਲ ਚੰਦ ਜੀ ਸਤਿਗੁਰਾਂ ਦੀ ਸੱਸ ਚੰਦੋ ਰਾਣੀ ਜਿਹੜੇ ਹਿਸਾਬ ਨਾਲ ਗੱਲਬਾਤ ਕਰਦੇ ਆ ਨਾ, ਲੱਗਦਾ ਰਿਸ਼ਤਾ ਜੁੜਨਾ ਹੀ ਕਦੇ। ਇੰਨੇ ਗੁੱਸੇ ਦੇ ਨਾਲ ਰਿਸ਼ਤਿਆਂ ਦੇ ਮਸਲੇ ਕਦੇ ਹੱਲ ਨਹੀਂ ਹੁੰਦੇ। ਗੁੱਸੇ ਵਿੱਚ ਬੋਲੇ ਹੋਏ ਬੋਲ, ਰਿਸ਼ਤੇ ਟੁੱਟ ਕੇ ਭਾਵੇਂ ਜੁੜ ਵੀ ਜਾਣ ਪਰ ਉਹ ਬੋਲ ਸਦਾ ਰੜਕਦੇ ਰਹਿੰਦੇ ਆ। ਜੈ ਰਾਮ ਜੀ ਫਿਰ ਬੜੇ ਤਰੀਕੇ ਦੇ ਨਾਲ ਬੜੀ ਸਿਆਣੀ ਗੱਲ ਕਰਨ ਲੱਗੇ, ਹੱਥ ਜੋੜ ਕੇ ਕਹਿੰਦੇ ਮਾਸੜ ਜੀ ਮੇਰੀ ਗੱਲ ਗੌਰ ਕਰਿਓ, ਠੰਡੇ ਮਨ ਦੇ ਸੋਚ ਲਿਓ 2 ਪਲ, ਬਾਕੀ ਤੁਹਾਡੀ ਮਰਜ਼ੀ ਹੈ। ਦੋਹਰਾ ਸ਼੍ਰੀ ਚੰਦ ਕੋ ਛੋਰੀਏ, ਲੈ ਜਾਵੋ ਤਿਹ ਮਾਤ, वो झगरे सो मने इव, पीसा लाहे ਇਹ ਭਾਤ। ਮੇਰੀ ਤੇ ਸਲਾਹ ਮਾਸੜ ਜੀ ਤੁਹਾਡੇ ਤਾਂ ਇਹੋ ਹੀ ਹੈ, ਤੁਸੀਂ ਬੇਸ਼ੱਕ ਆਪਣੀ ਧੀ ਨੂੰ ਲੈ ਕੇ ਜਾਣਾ ਲੈ ਜਾਓ। ਜੈ ਰਾਮ ਜੀ ਕਹਿੰਦੇ ਜਦੋਂ ਮਿੰਨਤਾਂ ਕਰ ਲਈਆਂ, ਤਰਲੇ ਕਰ ਲਏ, ਸੌਹਾਂ ਪਾ ਲਈਆਂ, ਹੱਥ ਜੋੜ ਲਏ, ਹਾੜੇ ਕੱਢ ਲਏ, ਕੋਈ ਸਾਹਮਣੇ ਵਾਲਾ ਮੰਨਣ ਲਈ ਤਿਆਰ ਨਹੀਂ, ਫਿਰ ਇੱਕ ਨੂੰ ਤੇ ਝੁਕਣਾ ਹੀ ਪੈਣਾ ਨਾ। ਜੈ ਰਾਮ ਕਹਿੰਦੇ ਜੀ ਸਦਕੇ ਲੈ ਜਾਓ ਆਪਣੀ ਧੀ ਸੁਲੱਖਣੀ ਨੂੰ, ਪਰ ਹਾਂ ਮਾਸੜ ਜੀ ਇੰਨੇ ਜੋਗਾ ਰੱਖਿਓ, ਕੱਲ ਗੱਲਬਾਤ ਕਰਦਿਆਂ ਸਾਨੂੰ ਦੋਨਾਂ ਨੂੰ ਸ਼ਰਮਿੰਦੇ ਹੋਣਾ ਨਾ ਪਏ। ਇਹੋ ਜਿਹੇ ਹਾਲਾਤਾਂ 'ਚ ਨਾ ਜਾਇਓ ਵੀ ਤੋੜ ਤੜਾਈ ਕਰਕੇ ਅੱਜ ਤੁਰ ਜਾਓ ਤੇ ਕੱਲ ਸੋਚੋ ਵੀ ਦੁਬਾਰਾ ਰਿਸ਼ਤੇ ਦੀ ਗੱਲ ਕਰ ਲਈਏ। ਆਪਣੀ ਧੀ ਨੂੰ ਬੇਸ਼ੱਕ ਲੈ ਜਾਓ, ਪਰ ਇਹਨਾਂ ਦੇ ਸਪੁੱਤਰ ਬਾਬਾ ਸ੍ਰੀ ਚੰਦ ਨੂੰ ਸਾਡੇ ਕੋਲ ਛੱਡ ਦਿਓ। ਮਾਂ
ਸ੍ਰੀ ਚੰਦ ਜੀ ਦੀ ਮਾਤਾ ਤੁਹਾਡੇ ਨਾਲ ਚਲੇ ਜਾਣਗੇ, ਬਾਬਾ ਸ੍ਰੀ ਚੰਦ ਸਾਡੇ ਕੋਲ ਰਹਿ ਜਾਣਗੇ। ਮਾਂ ਪੁੱਤ ਨੂੰ ਮਿਲਣਾ ਚਾਹੂਗੀ ਤੇ ਪੁੱਤ ਮਾਂ ਨੂੰ। ਇਹ ਕੀ ਹੈ? ਬਾਣੀ ਲਿਖਦੀ ਹੈ, ਪੁੱਤੀ ਗੰਢ ਪਵੈ ਸੰਸਾਰ। ਇਹਦਾ ਅਰਥ ਕੀ ਹੈ? ਰਿਸ਼ਤੇ ਟੁੱਟਦੇ ਟੁੱਟਦੇ ਉਦੋਂ ਜੁੜ ਜਾਂਦੇ ਨੇ ਜਦੋਂ ਘਰ ਦੇ ਵਿੱਚ ਧੀ ਪੁੱਤ ਛੋਟਾ ਹੋਵੇ। ਵੱਡੇ ਵੱਡੇ ਕੇਸ ਅਦਾਲਤਾਂ ਵਿੱਚ ਤਲਾਕ ਦੇ ਚੱਲਦੇ ਆ, ਜਦੋਂ ਬੱਚੇ ਦੀ ਗੱਲ ਆ ਜੇ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰਨਾ ਪੈਂਦਾ ਕਿ ਬੱਚਿਆਂ ਦੀ ਜ਼ਿੰਦਗੀ ਹੈ, ਇਹਨਾਂ ਲਈ ਸੋਚਣਾ ਪੈਂਦਾ। ਪਰ ਕਈ ਵਾਰ ਨਾ ਅਸੀਂ ਅਣਜਾਣ ਪੁਣੇ ਵਿੱਚ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ। ਇਹ ਹੈ ਸਾਡੀ ਅਨਪੜ੍ਹਤਾ ਤੇ ਅਗਿਆਨਤਾ। ਜਦੋਂ ਸਾਨੂੰ ਬਾਣੀ ਦੇ ਅਰਥਾਂ ਦਾ ਨਹੀਂ ਪਤਾ ਹੁੰਦਾ, ਪਿੰਡਾਂ ਵਿੱਚ ਲੋਕ ਆਮ ਅਰਦਾਸ ਕਰਦੇ ਹੈ, ਪੁੱਤੀ ਗੰਢ ਪਵੈ ਸੰਸਾਰ, ਮਹਾਰਾਜ ਕਿਰਪਾ ਕਰਿਓ ਪੁੱਤਰ ਦੀ ਦਾਤ ਬਖਸ਼ੋ। ਉਸ ਭਾਈ ਸਾਹਿਬ ਨੂੰ ਇਹ ਪੁੱਛੇ ਵੀ ਇਹਦਾ ਅਰਥ ਕੀ ਹੈ, ਇਹਦਾ ਭਾਵ ਕੀ ਹੈ? ਕਹਿ ਕੇ ਦਿੱਤਾ। ਇਹਦਾ ਭਾਵ ਗੁਰੂ ਸਾਹਿਬ ਸਪਸ਼ਟ ਕਰਦੇ ਆ, ਜਦ ਮਾਂ ਬਾਪ ਵਿੱਚ ਬਖਰੇਵੇ ਪੈ ਜਾਣ, ਡਿਫਰੈਂਸਿਸ ਹੋ ਜਾਣ, ਪਰਿਵਾਰ ਟੁੱਟ ਜਾਂਦਾ ਹੋਵੇ, ਟੁੱਟੇ ਹੋਏ ਪਰਿਵਾਰ ਵਿੱਚ ਵੀ ਧੀ ਪੁੱਤ ਇੱਕ ਚਿਣਗ ਬਣ ਕੇ ਮਿਲਦੇ ਆ, ਜਿਨ੍ਹਾਂ ਕਰਕੇ ਕਈ ਵਾਰ ਟੁੱਟੇ ਹੋਏ ਮਾਪੇ ਜੁੜ ਜਾਂਦੇ ਨੇ। ਗੰਢ ਨਾਮ ਕੀ ਹੈ? ਜੋੜਦਾ ਹੈ। ਕਹਿੰਦੇ ਧੀਆਂ ਪੁੱਤਾਂ ਕਰਕੇ ਜੋੜ ਪੈ ਜਾਂਦਾ ਹੈ ਪਰਿਵਾਰਾਂ ਦੇ ਵਿੱਚ, ਟੁੱਟਦੇ ਰਿਸ਼ਤੇ ਜੁੜ ਜਾਂਦੇ ਨੇ। ਜੈ ਰਾਮ ਜੀ ਉਸੇ ਗੱਲ ਦਾ ਕਥਨ ਕਰਦੇ ਨੇ, ਮਾਸੜ ਜੀ ਬੇਸ਼ੱਕ ਬਾਬਾ ਸ੍ਰੀ ਚੰਦ ਨੂੰ ਸਾਡੇ ਕੋਲ ਛੱਡ ਜਾਓ, ਆਪਣੀ ਧੀ ਸੁਲੱਖਣੀ ਜੀ ਨੂੰ ਲੈ ਜਾਓ, ਕਿਸੇ ਬਹਾਨੇ ਤੇ ਮਿਲਦੇ ਜੁਲਦੇ ਰਹਾਂਗੇ। ਆਖੋ ਸਤਿਨਾਮ। ਕਿਉਂਕਿ ਜਿਹੜੇ ਅੱਜ ਮਨ ਮੁਟਾਵ ਨੇ ਨਾ, ਜੇ ਰਿਸ਼ਤੇ ਦੇ ਵਿੱਚ ਕਿਤੇ ਕਿਸੇ ਪਾਸੇ ਵੀ ਚੋਰ ਮੋਰੀ ਨਾ ਰੱਖੀ ਗਈ, ਮੇਲ ਮਿਲਾਪ ਦੀ ਗੁੰਜਾਇਸ਼ ਨਾ ਰੱਖੀ ਗਈ, ਕੜਵਾਹਟ ਵਧੇਗੀ, ਜ਼ਹਿਰ ਵਧੇਗਾ, ਨਫ਼ਰਤ ਵਧੇਗੀ। ਪਰ ਕਿਤੇ ਨਾ ਕਿਤੇ ਜਦੋਂ ਬਾਬਾ ਸ੍ਰੀ ਚੰਦ ਸਾਡੇ ਕੋਲ ਰਹਿਣਗੇ, ਬੜੀ ਸੋਹਣੀ ਪਰਵਰਿਸ਼ ਇੱਥੇ ਹੋਏਗੀ, ਸਾਨੂੰ ਵੀ ਚਾਅ ਰਹੂਗਾ, ਤੁਹਾਨੂੰ ਵੀ ਰਹੇਗਾ, ਆਪਾਂ ਮਿਲਦੇ ਜੁਲਦੇ ਰਹਾਂਗੇ। ਸੋ ਪਈ ਸ੍ਰੀ ਚੰਦ ਜੋ ਰਹੇ ਆਵਾਸੋ, ਤਦਪ ਔਰ ਮੁਝ ਬੋ ਤੇਰ ਵਾਸੋ। ਸਾਨੂੰ ਵੀ ਕਿਤੇ ਨਾ ਕਿਤੇ ਹੌਸਲਾ ਰਹੇਗਾ ਵੀ ਘਰ ਟੁੱਟਦਾ ਟੁੱਟਦਾ ਬਚ ਗਿਆ। ਵੈਸੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਆਪਣੀ ਭੈਣ ਜੀ ਨੂੰ ਬਖਸ਼ ਦਿੱਤੇ ਸੀ। ਭਾਵ ਸ੍ਰੀ ਚੰਦ ਜੀ ਦਾ ਸਾਰਾ ਜੀਵਨ ਭੂਆ ਜੀ ਦੇ ਘਰ ਵਿੱਚ ਗੁਜ਼ਰਿਆ। ਬੇਬੇ ਨਾਨਕੀ ਨੇ ਆਪਣਾ ਪੁੱਤਰ ਮੰਨ ਕੇ ਰੱਖਿਆ, ਉਹਨਾਂ ਨੂੰ ਸਮਝਿਆ ਏ, ਮੰਨਿਆ ਏ, ਜਾਣਿਆ ਏ। ਤੇ ਬਾਬਾ ਸ੍ਰੀ ਚੰਦ ਮਾਤਾ ਸੁਲੱਖਣੀ ਨੂੰ ਕਦੇ ਮਾਂ ਨਹੀਂ ਸੀ ਕਹਿੰਦੇ, ਬੇਬੇ ਨਾਨਕੀ ਨੂੰ ਅੰਮਾ ਕਹਿੰਦੇ ਸੀ, ਮਾਂ ਕਹਿੰਦੇ ਸੀ, ਕਿਉਂਕਿ ਬਚਪਨ ਵਿੱਚ ਹੀ ਉਹਨਾਂ ਗੋਦ ਲੈ ਲਿਆ। ਜੈ ਰਾਮ ਜੀ ਦੇ ਘਰ ਵਿੱਚ ਕੋਈ ਔਲਾਦ ਨਹੀਂ ਹੋਈ, ਕੋਈ ਪੁੱਤਰ ਨਹੀਂ ਹੋਇਆ, ਤੇ ਕਦੇ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਨਹੀਂ, ਭੈਣੇ ਮੇਰੀ ਇਹ ਦੁਨੀਆ ਨੂੰ ਅਸੀਂ ਪੁੱਤਰਾਂ ਦੀਆਂ ਦਾਤਾਂ ਬਖਸ਼ੀਆਂ, ਤੇਰਾ ਘਰ ਵਿਹੜਾ ਵਿਹਲਾ ਪਿਆ, ਕਦੇ ਵੀ ਨਹੀਂ। ਮੇਰੇ ਸਤਿਗੁਰ ਨੇ ਕਦੇ ਕਰਾਮਾਤ ਨਹੀਂ ਵਰਤਾਈ। ਤੇ ਭੈਣ ਨਾਨਕੀ ਨੂੰ ਏਡਾ ਵੱਡਾ ਸਬਰ ਸੰਤੋਖ ਸੀ, ਵੀਰ ਰੱਬ ਹੈ, ਪਰਮਾਤਮਾ ਹੈ, ਕਦੇ ਝੋਲੀ ਅੱਡ ਕੇ ਨਹੀਂ ਆਖਿਆ ਵੀਰ ਜੀ ਇੱਕ ਮਿਹਰ ਦਾ ਬਚਨ ਕਰਦੇ ਹੋ, ਤੁਹਾਡੇ ਤੇ ਇੱਕ ਰਸਨਾ ਦੇ ਪਲਟੇ ਨਾਲ ਹੀ ਘਰ ਦੇ ਵਿੱਚ ਖੁਸ਼ੀਆਂ ਜਾਣੀਆਂ ਨੇ। ਮੰਗ ਸਕਦੀ ਸੀ ਭੈਣ ਨਾਨਕੀ, ਪਰ ਉਹ ਮੰਗਦੇ ਕੀ ਨੇ? ਰੱਬ ਦੀ ਬੰਦਗੀ, ਗੁਰੂ ਦੇ ਦੀਦਾਰ, ਰੱਜੀ ਹੋਈ ਰੂਹ ਸੀ ਉਹ। ਇਸੇ ਕਰਕੇ ਜੈ ਰਾਮ ਆਖਦੇ ਆ, ਕਹਿੰਦੇ ਬਾਬਾ ਸ੍ਰੀ ਚੰਦ ਸਾਡੇ ਕੋਲ ਰਹਿਣਗੇ, ਇਹਨਾਂ ਦਾ ਮਨ ਇੱਥੇ ਲੱਗਿਆ ਹੋਇਆ। ਆਨੇ ਬਹਾਨੇ ਤੁਸੀਂ ਕਦੇ ਸਾਨੂੰ ਮਿਲਣ ਆਇਆ ਕਰੋਗੇ, ਕਦੇ ਮਿਲਾਉਣ ਅਸੀਂ ਆ ਜਾਇਆ ਕਰਾਂਗੇ। ਕਿਉਂ ਕਹਿੰਦੇ ਆ? ਕਿਉਂਕਿ ਜੈ ਰਾਮ ਜੀ ਨੂੰ ਦਿਸਦਾ ਵੀ ਜਿਹੜੇ ਹਿਸਾਬ ਨਾਲ ਆਪਣੀ ਧੀ ਨੂੰ ਲੈਣ ਆਏ ਆ ਨਾ ਮਾਂ ਬਾਪ, ਮੁੜ ਕਦੇ ਵੀ ਤੋੜੂ। ਇਹਨਾਂ ਨੇ ਠਾਣ ਲਿਆ ਵੀ ਗੁਰੂ ਸਾਹਿਬ ਫਕੀਰ ਬਣ ਗਏ ਨੇ, ਸਤਿਗੁਰ ਸਾਧ ਬਣ ਗਏ ਨੇ, ਇਹਨਾਂ ਕਦੇ ਘਰੇ ਨਹੀਂ ਆਉਣਾ। ਇਹ ਮੂਲ ਚੰਦ ਨੂੰ ਪੱਕਾ ਭਾ ਗਿਆ ਸੀ ਤੇ ਹੈ ਵੀ ਨਹੀਂ ਸੀ। ਆਹ ਜਿਹੜੀ ਕਥਾ ਚੱਲਦੀ ਹੈ, ਗੁਰੂ ਨਾਨਕ ਸਾਹਿਬ ਨੇ ਕਈ ਸਾਲ ਮੁੜ ਕੇ ਨਹੀਂ ਆਉਣਾ। ਜਦ ਉਦਾਸੀਆਂ ਸ਼ੁਰੂ ਹੋ ਜਾਣਗੀਆਂ, ਫਿਰ ਘਰ ਦੀ ਕਥਾ ਸੁਣਨ ਨੂੰ ਤੁਸੀਂ ਵੀ ਤਰਸੋਗੇ। ਕਿਤੇ ਸਾਲਾਂ ਬੱਧੀ ਸਦੀਆਂ ਬਾਅਦ ਮਰ ਜਾਇਆ ਕਰਨਗੇ। ਮੂਲ ਚੰਦ ਜੀ ਨੂੰ ਪਹਿਲਾਂ ਹੀ ਪਤਾ ਲੱਗਿਆ ਸੀ, ਜਿਹਨੇ ਘਰ ਤੋਂ ਮੋਹ ਏਦਾਂ ਤੋੜਦਾ ਨਾ, ਉਹ ਹੁਣ ਕਦੇ ਘਰੇ ਆਉਂਦਾ ਹੀ ਨਹੀਂ। ਜੋ ਜੰਗਲਾਂ ਵਿੱਚ ਰਹਿਣਾ ਸਿੱਖ ਗਿਆ, ਜੋ ਇਨਸਾਨ ਇਕੱਲਾ ਰਹਿਣਾ ਸਿੱਖ ਜੇ, ਉਹਨੂੰ ਮਹਿਫਲਾਂ ਜ਼ੀਰੋ ਲੱਗਦੀਆਂ ਨੇ, ਕਿਸੇ ਕੰਮ ਦੀਆਂ ਨਹੀਂ ਹੁੰਦੀਆਂ। ਤੇ ਮਹਿਫਲਾਂ ਵਿੱਚ ਰਹਿਣ ਵਾਲਾ ਕਦੇ ਇਕੱਲਾ ਨਹੀਂ ਰਹਿ ਸਕਦਾ। ਜੈ ਰਾਮ ਬਾਰ-ਬਾਰ ਬੇਨਤੀ ਕਰਦੇ ਆ ਵੀ ਅਸੀਂ ਬਾਬਾ ਸ੍ਰੀ ਚੰਦ ਜੀ ਨੂੰ ਜਾਣ ਨਹੀਂ ਦੇਣਾ। ਇਹ ਸਾਡੀ ਅੱਖ ਦੇ ਤਾਰੇ ਨੇ।
ਸਾਡਾ ਸਹਾਰਾ ਹਨ। ਲੇਤ ਦੇਤ ਮਾਸੀ ਸੁਧਰਹੀਏ, ਆਵਤ ਜਾਤ ਸੰਦੇਸੇ ਕਹੀਏ। ਪਤੀ ਦੀ ਬੇਨਤੀ ਤੋਂ ਬਾਅਦ ਸਤਿਗੁਰਾਂ ਦੇ ਭੈਣ ਜੀ ਆਪਣੀ ਮਾਸੀ ਕੋਲ ਆ ਕੇ ਬੜੇ ਪਿਆਰ ਨਾਲ ਰੋ ਕੇ ਕਹਿੰਦੇ, ਮਾਸੀ ਇੱਕੋ ਹੀ ਤੇ ਜਾਈ ਹੈ, ਲੈਣ ਦੇਣ ਦਾ ਵਿਵਹਾਰ ਬਣਿਆ ਰਹੇਗਾ। ਬਾਬਾ ਸ੍ਰੀ ਚੰਦ ਨੂੰ ਕਦੇ ਤੁਸੀਂ ਮਿਲਣ ਆਓਗੇ, ਦੋਤੇ ਆ ਤੁਹਾਡੇ, ਤੇ ਕਦੇ ਅਸੀਂ ਤੁਹਾਨੂੰ ਮਿਲਾ ਲਿਆ ਹੈ। ਮਤਲਬ ਇੱਕ ਤਾਂਗ ਬਣੀ ਰਹੂਗੀ, ਭੁਗਤੀ ਗੰਢ ਪਵੈ ਸੰਸਾਰ। ਅਗਲਾ ਬਚਨ ਗੁਰੂ ਸਾਹਿਬ ਨੇ ਬੜਾ ਸੋਹਣਾ ਲਿਖਿਆ ਹੈ, ਮੂਰਖ ਗੰਢ ਪਵੈ ਮੋਹਿਵਾਰ। ਕਹਿੰਦੇ ਮੂਰਖ ਨੂੰ ਬਹੁਤਾ ਮੂੰਹ ਲਾਓਗੇ ਨਾ ਤੇ ਮੂੰਹ ਸਿਰ ਦੀ ਖਾਣੀ ਪੈਗੀ। ਮੂਰਖਾਂ ਨੂੰ ਜੇ ਸਮਝਾਓਗੇ, ਇਸੇ ਕਰਕੇ ਸਤਿਗੁਰ ਪਾਤਸ਼ਾਹ ਲਿਖਦੇ ਆ ਨਾ, ਮੂਰਖ ਹੈ ਨਾਲ ਨਾ ਲੂਝੀ ਹੈ, ਪਰ ਅੱਖਰ ਇਹੋ ਬੁਝੀ ਹੈ। ਮਰਦ ਕਹਿੰਦੇ ਜੇ ਮੂਰਖ ਨਾਲ ਯਾਰੀ ਲਾ ਲੇਗਾ, ਗੰਢ ਨਾ ਮੈਂ ਮਿੱਤਰਤਾ ਦਾ, ਗੰਢ ਨਾ ਮੈਂ ਜੋੜ ਦਾ, ਗੰਢ ਨਾ ਮੈਂ ਪ੍ਰੇਮ ਦਾ, ਕਹਿੰਦੇ ਮੂੰਹ ਤੇ ਮਾਰਾਂ ਪੈਣੀ। ਇਹ ਤੋਂ ਪਹਿਲਾ ਭਾਵ ਹੈ, ਕਹਿੰਦੇ ਪੁੱਤਰਾਂ ਕਰਕੇ ਮਾਪੇ ਟੁੱਟਦੇ ਟੁੱਟਦੇ ਜੁੜ ਜਾਂਦੇ ਨੇ। ਬੜੇ ਤਲਾਕ ਅੱਜ ਦੇ ਸਮੇਂ ਹੁੰਦੇ ਆ ਕੋਰਟ ਕਚਹਿਰੀਆਂ ਦੇ ਵਿੱਚ। ਜਦ ਹੁੰਦੀ ਹੈ ਗੱਲ ਵੀ ਬੱਚਾ 5 ਸਾਲ ਦਾ, 4 ਸਾਲ ਦਾ, 3 ਸਾਲ ਦਾ, ਕਿਤੇ ਨਾ ਕਿਤੇ ਦੋਨੇ ਧਿਰਾਂ ਨੂੰ ਕੰਪਰੋਮਾਈਜ਼ ਕਰਨਾ ਪੈਂਦਾ, ਝੁਕਣਾ ਪੈਂਦਾ। ਕਿਹਦੇ ਲਈ? ਬੱਚੇ ਲਈ। ਪਰ ਸਤਿਗੁਰਾਂ ਨੇ ਪਹਿਲਾਂ ਲਿਖ ਦਿੱਤਾ ਸੀ, ਬਾਬਾ ਸ੍ਰੀ ਚੰਦ ਇਹ ਕਹਿ ਲੋ ਬਾਣੀ ਦੇ ਮੁਤਾਬਕ ਇੱਕ ਗੰਢ ਹਨ ਰਿਸ਼ਤੇ ਨੂੰ ਜੋੜਨ ਦੀ, ਇੱਕ ਜੋੜ ਹਨ। ਜੇ ਬਾਬਾ ਸ੍ਰੀ ਚੰਦ ਨੂੰ ਰੱਖਣ ਦੀ ਗੱਲ ਜੈਰਾਮ ਨਾ ਕਰਦੇ ਨਾ, ਮਾਫ ਕਰਿਓ, ਗੁਰੂ ਨਾਨਕ ਸਾਹਿਬ ਜੀ ਨੇ ਕਦੇ ਆਪਣੇ ਪਰਿਵਾਰ ਨੂੰ ਮਿਲਣ ਨਹੀਂ ਸੀ ਜਾਣਾ, ਤੇ ਉਹਨਾਂ ਗੁੱਸੇ ਵਿੱਚ ਕਦੇ ਇੱਥੇ ਨਹੀਂ ਸੀ ਆਉਣਾ। ਇਹ ਬੜੀਆਂ ਸੋਹਣੀਆਂ ਗੱਲਾਂ ਇਤਿਹਾਸ ਵਿੱਚੋਂ ਸੁਣਨ ਨੂੰ ਮਿਲਦੀਆਂ। ਕਿੱਦਾਂ ਕਿੱਦਾਂ ਮਰਦ ਚੋਜ ਵਰਤਾਉਂਦੇ ਰਹੇ। ਭੈਣ ਨਾਨਕੀ ਬਾਰ-ਬਾਰ ਕਹਿੰਦੇ, ਮਾਸੀ ਤੂੰ ਰੱਤਾਂ ਤਰਸ ਤੇ ਕਰ ਲੈ। ਜਿੱਦਣੇ ਛੋਟੇ ਛੋਟੇ ਬੱਚੇ ਇੱਥੋਂ ਚਲੇ ਜਾਣਗੇ, ਸਾਡਾ ਵਿਹੜਾ ਸੁੰਨਾ ਸੁੰਨਾ ਹੋਏਗਾ। ਕਿਹਨੂੰ ਵੇਖ ਵੇਖ ਅਸੀਂ ਹੱਸਿਆ ਕਰਾਂਗੇ। ਵਿਸਰਨ ਜਾਈਏ ਔਰ ਹਿਤ ਧਰੀਏ, ਕਦੇ ਆਪ ਆਵਨ ਮਨ ਕਰੀਏ। ਥੋੜੇ ਜਿਹੇ ਵਿਰਾਗ ਤੋਂ ਬਾਅਦ ਭੈਣ ਨਾਨਕੀ ਮਾਸੀ ਨੂੰ ਆਖਦੀ, ਮਾਸੀ ਕਦੇ ਭੁੱਲਿਓ ਨਾ, ਭੁਲਾਇਓ ਨਾ, ਵਿਸਰਿਓ ਨਾ, ਕਦੇ ਵਸਾਰਿਓ ਨਾ, ਕਦੇ ਮਿਲਣ ਆ ਜਾਇਆ ਕਰਿਓ, ਕਦੇ ਅਸੀਂ ਆਇਆ ਕਰਾਂਗੇ। ਇੱਕ ਬਹਾਨਾ ਰੱਖਿਓ, ਵੇਖਿਓ ਗੁਰੂ ਨਾਨਕ ਸਾਹਿਬ ਜੀ ਵਾਲਾ ਗਿਲਾ ਸਾਡੇ ਨਾਲ ਨਾ ਕਰਿਓ। ਇਹ ਤੁਹਾਡਾ ਆਪਸੀ ਮਾਮਲਾ ਹੈ। ਸੱਸ ਮਾਂ ਤੇ ਸਹੁਰਾ ਸਾਹਿਬ ਜਾਣਨ ਤੇ ਜਾਣੇ ਜਵਾਈ, ਆਪਸੀ ਗੱਲ ਹੈ। ਸਾਡੇ ਨਾਲ ਕਾਹਦਾ ਵਿਰੋਧ ਰੱਖਣਾ, ਸਾਡੇ ਨਾਲ ਕਾਹਦਾ ਵੈਰ ਰੱਖਣਾ। ਇਹ ਬੜੀ ਵੱਡੀ ਸਿਆਣਪ ਸੀ, ਬਹੁਤ ਸਿਆਣੀ ਗੱਲ ਸੀ। ਜੇ ਉਹਨਾਂ ਦਾ ਆਣਾ ਜਾਣਾ ਇਹਨਾਂ ਨਾਲ ਰਹੂਗਾ, ਤੇ ਜੋ ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਮਨ ਵਿੱਚ ਭਰਮ ਹੈ, ਇੱਕ ਦਿਨ ਉਹ ਵੀ ਕੱਟਿਆ ਜਾਊ। ਜੁੜਿਆਂ ਦੇ ਮੇਲੇ ਆ ਇੱਥੇ, ਜਿਉਂਦਿਆਂ ਦੇ। ਜਿਉਂਦਾ ਉਹੀ ਹੈ ਜਿਹਦੀ ਸੁਰਤ ਉੱਚੀ ਹੈ, ਬਾਕੀ ਤੇ ਡੈਡ ਬੋਡੀਆਂ ਤੁਰੀਆਂ ਫਿਰਦੀਆਂ। ਆਖੋ ਸਤਿਨਾਮ। ਜਿਸ ਬੰਦੇ ਦੀ ਜ਼ਮੀਰ ਮਰ ਗਈ ਨਾ, ਉਹ ਅੱਜ ਮਰੇ ਜਾਂ ਕੱਲ ਮਰੇ, ਕੋਈ ਫਾਇਦਾ ਹੀ ਨਹੀਂ। ਜਿਹੜਾ ਜ਼ਮੀਰ ਕਰਕੇ ਜਿਉਂਦਾ ਹੈ, ਇਨਸਾਨੀਅਤ ਕਰਕੇ ਜਿਉਂਦਾ ਹੈ, ਉਹ ਮਰ ਕੇ ਵੀ ਅਮਰ ਹੁੰਦਾ ਹੈ। ਜਦੋਂ ਮੂਲ ਚੰਦ ਜੀ ਨੇ ਗੱਲ ਸੁਣੀ ਨਾ, ਚਿੱਤ ਤੇ ਉਹਨਾਂ ਦਾ ਨਹੀਂ ਕਰਦਾ ਵੀ ਅਸੀਂ ਇਸ ਬੱਚੇ ਨੂੰ ਛੱਡ ਕੇ ਕਿਉਂ ਜਾਈਏ, ਕਿਉਂਕਿ ਨਾਨਾ ਨਾਨੀ ਨੂੰ ਦੋਤੇ ਪਿਆਰੇ ਹੁੰਦੇ, ਨਹੀਂ ਸੀ ਚਾਹੁੰਦੇ। ਪਰ ਭੈਣ ਨਾਨਕੀ ਦਾ ਪ੍ਰੇਮ, ਉਹਨਾਂ ਦੇ ਅਥਰੂ ਦਰਦ ਬਿਆਨ ਕਰਦੇ ਨੇ। ਹਮਰੇ ਅਵਗੁਣ ਮਨ ਨ ਵਿਚਰੀਏ, ਪਾਛਲ ਰੋਸ ਸਰਬ ਸੋ ਹਰੀਏ। ਉਹ ਜਾਣ ਦੀ ਤਿਆਰੀ ਸੀ। ਬੇਬੇ ਨਾਨਕੀ ਦੇ ਹੰਝੂਆਂ ਨੇ ਰਵਾ ਕੇ ਰੱਖਤਾ ਸਾਰਿਆਂ ਨੂੰ, ਹੱਥ ਜੋੜ ਕੇ ਕਹਿੰਦੇ, ਮਾਸੀ ਮਾਸੜ ਜੀ ਸਾਨੂੰ ਮਾਫ ਕਰਿਓ, ਸਾਡੇ ਔਗਣ ਗਰੀਬਾਂ ਦੇ ਨਾ ਵੇਖਿਓ। ਲੱਖਾਂ ਗੁਨਾਹ ਅਸੀਂ ਕੀਤੇ ਹੋਣਗੇ ਜਾਣੇ ਅਣਜਾਣੇ। ਇੰਨੀ ਨਿਮਰਤਾ ਦੱਸੋ ਮਿਲੂਗੀ ਕਿਸੇ 'ਚ? ਹੋਏਗੀ ਜੀ? ਅੱਜ ਦੇ ਸਮੇਂ ਕੋਈ ਨਣ ਦੇ ਹੱਥ ਜੋੜ ਕੇ ਕਹਿ ਦੂਗੀ ਵੀ ਆ ਜੇ ਮੇਰੇ ਵੀਰ ਵਿੱਚ ਕੋਈ ਕਮੀ ਹੈ ਜੀ, ਸਾਨੂੰ ਮਾਫ ਕਰਿਓ, ਸਾਨੂੰ ਬਖਸ਼ਿਓ, ਸਾਡੀ ਗੁਸਤਾਖੀ ਹੈ? ਕੋਈ ਨਹੀਂ। ਅਗਲਾ ਕਹਿੰਦਾ ਚੱਕ ਝੋਲਾ ਜਾ ਇੱਥੇ ਨਾ। ਅੱਜ ਇਹ ਹਾਲਾਤ ਨੇ। ਪਰ ਉਸ ਵੇਲੇ ਐਡਾ ਵੱਡਾ ਰੁਤਬਾ ਬੇਬੇ ਨਾਨਕੀ ਜੀ ਦਾ, ਜਦ ਗੁਰੂ ਨਾਨਕ ਸਾਹਿਬ ਦੀ ਬਾਤ ਚੱਲੂਗੀ, ਬੇਬੇ ਨਾਨਕੀ ਦਾ ਜ਼ਿਕਰ ਨਾਲ ਚੱਲੂਗਾ। ਨਿਮਰਤਾ ਚ ਰੋਏ,
ਕਹਿੰਦੇ ਸਾਡੇ ਔਗਣ ਬਖਸ਼ਿਓ, ਕਿਤੇ ਸਾਡੇ ਗੁਨਾਹ ਨਾ ਚਤਾਰੀ ਜਾਇਓ। ਜੇ ਸਾਡੇ ਔਗਣਾਂ ਨੂੰ ਯਾਦ ਕਰੋਗੇ ਤੁਸੀਂ ਤੇ ਕਦੇ ਸਾਡੇ ਵੱਲ ਮੂੰਹ ਨਹੀਂ ਕਰੋਗੇ। ਮਾਸੀ, ਵਿਅਕਤੀ ਕੋਲੋਂ, ਮਨੁੱਖਾ ਸਰੀਰ ਕੋਲੋਂ ਲੱਖਾਂ ਗੁਨਾਹ ਹੁੰਦੇ ਨੇ, ਸਾਥੋਂ ਗੁਨਾਹ ਹੋਏ ਹੋਣਗੇ। ਤੁਸੀਂ ਵੱਡੇ ਹੋ। ਮਾਸੀ ਮਾਂ ਵਰਗੀ ਹੁੰਦੀ ਹੈ, ਸਾਡੇ ਔਗਣ ਨਾ ਵੇਖਿਓ, ਜਾਣੇ ਅਣਜਾਣੇ ਕਦੇ ਫੇਰੀ ਪਾ ਜਾਇਓ। ਜਦੋਂ ਇਹ ਬਚਨ ਬੇਬੇ ਨਾਨਕੀ ਦੇ ਪਾਸੋਂ ਸੁਣੇ ਨਾ, ਸੱਸ ਚੰਦੋ ਰਾਣੀ ਭੋਗਾ ਮਾਰਦੀ ਹੋ ਗਈ। ਜਿੰਨਾ ਮਰਜੀ ਗੁੱਸਾ ਏ, ਭਾਵੁਕ ਸ਼ਬਦ ਅੰਦਰੋਂ ਝੰਜੋੜ ਦਿੰਦੇ। ਸਾਡੇ ਮਾਤਾ ਸੁਲੱਖਣੀ ਬੇਬੇ ਨਾਨਕੀ ਜੀ ਦੀ ਭਰਜਾਈ ਅੰਦਰੋਂ ਅੰਦਰ ਰੋ ਰਹੇ, ਅਥਰੂ ਕੇ ਰਹੇ, ਨਾ ਚਾਹੁੰਦਿਆਂ ਵੀ ਮਜਬੂਰੀ ਨਾਲ ਵਿਛੜਨਾ ਪੈ ਰਿਹਾ ਏ। ਭਇਓ ਤਿਆਰ ਚਲਨ ਕੋ ਜਬ ਹੀ, ਮਿਲੀ ਸੁਲੱਖਣੀ ਹਿਤ ਕਰ ਤਬ ਹੀ। ਆਖਰਕਾਰ ਇਹ ਫੈਸਲਾ ਮੰਨ ਲਿਆ ਗਿਆ। ਜੈ ਰਾਮ ਜੀ ਦੀ ਬੇਨਤੀ ਨੂੰ ਠੁਕਰਾਇਆ ਨਹੀਂ। ਕਿਤੇ ਨਾ ਕਿਤੇ ਮੂਲ ਚੰਦ ਦੀ ਵੀ ਅੰਦਰੋਂ ਚਾਹੁੰਦੇ ਸੀ, ਹਰ ਪਿਓ ਚਾਹੁੰਦਾ ਹੁੰਦਾ ਉਹਦੇ ਧੀ ਦਾ ਘਰ ਵਸਦਾ ਰਹੇ। ਹਰ ਮਾਂ ਚਾਹੁੰਦੀ ਹੈ ਕਿਸੇ ਨਾ ਕਿਸੇ ਲੈਵਲ ਤੇ ਮੇਰੀ ਧੀ ਆਪਣੇ ਘਰ ਵਸੇ। ਧੀਆਂ ਘਰ ਥੋੜਾ ਰੱਖੀਆਂ ਜਾਂਦੀਆਂ ਸਮਾਜ ਦੇ ਮੁਤਾਬਕ, ਪਰ ਅੱਜ ਦੇ ਸਮੇਂ ਕੋਈ ਵੱਡੀ ਅੱਤ ਕਥਨੀ ਗੱਲ ਨਹੀਂ। ਜੇ ਪੁੱਤ ਘਰਾਂ ਵਿੱਚ ਰਹਿ ਸਕਦੇ ਆ ਤੇ ਹੱਕ ਧੀਆਂ ਦਾ ਵੀ ਹੈ। ਵਿਆਹ ਕਰਾਉਣਾ ਨਾ ਕਰਾਉਣਾ ਇਹ ਅਜੋਕੇ ਸਮੇਂ ਧੀ ਦੀ ਮਰਜ਼ੀ ਹੈ। ਬੜੀਆਂ ਧੀਆਂ ਐਸੀਆਂ ਨੇ ਮਾਪਿਆਂ ਦੇ ਘਰ ਪੁੱਤਾਂ ਵਾਂਗੂ ਰਹਿੰਦੀਆਂ ਨੇ, ਕਹਿੰਦੀ ਮਾਂ ਮੈਂ ਵਿਆਹ ਨਹੀਂ ਕਰਨਾ। ਪਰ ਅੱਜ ਦੇ ਸਮੇਂ ਮੁਤਾਬਕ ਕੁਛ ਵੀ ਗਲਤ ਨਹੀਂ ਸਮਾਜ ਦੇ ਮੁਤਾਬਕ, ਕਿਉਂਕਿ ਹਾਲਾਤ ਹੀ ਲੋਕਾਂ ਦੇ ਇਦਾਂ ਦੇ ਆ। ਲੋਕ ਵਿਆਹ ਕੇ ਵੀ ਕੁਆਰੇ ਫਿਰਦੇ ਆ, ਵਿਆਹਾਂ ਤੋਂ ਬਾਅਦ ਵੀ ਲੋਕ ਟੁੱਟ ਕੇ ਸੁਸਾਈਡ ਕਰ ਰਹੇ ਆ। ਕਿੱਥੇ ਦੁਨੀਆ ਤੁਰੀ ਜਾ ਰਹੀ ਹੈ? ਕਿਉਂਕਿ ਰਿਸ਼ਤਿਆਂ ਵਿੱਚ ਕੋਈ ਜੋੜ ਨਹੀਂ, ਰਿਸ਼ਤਿਆਂ ਵਿੱਚ ਕੋਈ ਪ੍ਰੇਮ ਨਹੀਂ, ਨਫ਼ਰਤ ਹੀ ਨਫ਼ਰਤ, ਸਿਆਣਪ ਹੀ ਸਿਆਣਪ ਹਰ ਪਾਸੇ ਹੈ। ਉਹਨਾਂ ਸਮਿਆਂ ਦੇ ਵਿੱਚ ਇਹ ਗੱਲ ਮੰਨ ਲਈ ਗਈ, ਕਿਉਂਕਿ ਪੁਰਾਣੇ ਲੋਕ ਬੜੇ ਸਿਆਣੇ ਸੀ। ਉਹ ਗੁੰਜਾਇਸ਼ ਰੱਖਦੇ ਸੀ ਗੱਲਬਾਤ ਦੀ, ਕਿਤੇ ਨਾ ਕਿਤੇ ਵੀ ਰਿਸ਼ਤਾ ਟੁੱਟਦਾ ਕਦੇ ਨਾ ਟੁੱਟੇ। ਅੱਜ ਕੱਲ ਮੈਂ ਕਹਿੰਦਾ ਮਾੜਾ ਜਿਹਾ ਮਨ ਮੁਟਾਵ ਹੋਵੇ, ਬੰਦਾ ਕਹਿੰਦਾ ਪਹਿਲਾਂ ਬਲੌਕ ਕਰ ਹੋਏ ਉਹ ਮੈਨੂੰ ਕਰੇ। WhatsApp ਤੋਂ ਦਰਵਾਜ਼ਾ ਬੰਦ, ਇੰਟਰਨੈਟ ਤੋਂ ਬੰਦ, ਮੁੜ ਕੇ ਘਰ ਦਾ ਵੀ ਲਓ ਕੀ ਹੈ, ਟੁੱਟ ਜਾਂਦੇ ਆ। ਅੱਜ ਸਹਿਨਸ਼ੀਲਤਾ ਨਹੀਂ। ਉਦੋਂ ਕਿਤੇ ਨਾ ਕਿਤੇ ਲੋਕ ਸੋਚਦੇ ਸੀ ਮੈਂ ਇੰਨਾ ਵੀ ਕੌੜਾ ਨਾ ਬੋਲ ਜਾਵਾਂ, ਮੁੜ ਮੈਨੂੰ ਮਿੱਠਾ ਬੋਲਣ ਲੱਗੇ ਨੀਵਾਂ ਹੁੰਦਿਆਂ ਸ਼ਰਮ ਆ ਗਈ। ਜੈ ਰਾਮ ਜੀ ਦੀ ਗੱਲ ਮੰਨ ਕੇ ਆਖਰਕਾਰ ਬਾਬਾ ਸ੍ਰੀ ਚੰਦ ਨੂੰ ਕਹਿੰਦੇ ਤੁਸੀਂ ਰੱਖ ਲਓ, ਅੰਦਰੋਂ ਖੁਸ਼ ਨੇ। ਚਲੋ ਕਿਸੇ ਬਹਾਨੇ ਦੋਨੋਂ ਪਰਿਵਾਰਾਂ ਦਾ ਜੋੜ ਤਾਲਮੇਲ ਹੁੰਦਾ ਰਹੇਗਾ। ਕਹਿੰਦੀ ਉਦੋਂ ਮਾਤਾ ਸੁਲੱਖਣੀ ਭੱਜ ਕੇ ਆਏ, ਬੇਬੇ ਨਾਨਕੀ ਨੂੰ ਸੱਪ ਵਾਂਗ ਲਿਪਟ ਗਏ। ਅੱਜ ਨਣਦ ਭਰਜਾਈ ਗਲ ਲੱਗ ਕੇ ਰੋਈਆਂ ਨੇ। ਲੋਚਨ ਨੀਰ ਬਿਮੋਚਤ ਦੋ, ਭਾਈ ਬਿਰਹਿ ਤੇ ਦੁਖੀਆ ਸੋ। ਖੂਬ ਰੋਏ ਦੋਨੋਂ ਗਲ ਲੱਗ ਕੇ। ਬੇਬੇ ਨਾਨਕੀ ਉਹਨਾਂ ਤੋਂ ਮਾਫੀ ਮੰਗੇ ਤੇ ਭਰਜਾਈ ਸੁਲੱਖਣੀ ਉਹਨਾਂ ਤੋਂ ਮਾਫੀ ਮੰਗੇ। ਕਹਿੰਦੇ ਕਸੂਰ ਨਹੀਂ ਕਿਸੇ ਦਾ, ਕੁਝ ਵਕਤ ਦੀਆਂ ਲਿਖੀਆਂ ਐਸੀਆਂ ਖੁਸਲ ਨਾਮ। ਕਈ ਵਾਰ ਨਾ ਦੋਨੇ ਧਿਰਾਂ ਗਲਤ ਨਹੀਂ ਹੁੰਦੀਆਂ, ਸਮਾਂ ਇਹ ਹੋ ਜਾਂਦਾ। ਦੋਨੇ ਧਿਰਾਂ ਦੁਸ਼ਮਣ ਬਣ ਕੇ ਖੜ ਜਾਂਦੀਆਂ ਨੇ, ਪਰ ਦੋਨੇ ਹੀ ਸੱਚੇ ਹੁੰਦੇ ਆ। ਕਈ ਵਾਰ ਇਹ ਹੋ ਜਾਂਦਾ ਹੈ, ਵੱਡੀ ਗੱਲ ਨਹੀਂ। ਕਹਿੰਦੇ ਇੱਕ ਦੂਜੇ ਦੇ ਗਲ ਲੱਗ ਹੰਝੂ ਕੇਰੇ, ਕੋਈ ਵੀ ਨਾ ਬੋਲਿਆ। ਨਾ ਹੁਣ ਬੇਬੇ ਨਾਨਕੀ ਬੋਲੇ ਤੇ ਨਾ ਸਾਡੇ ਮਾਤਾ ਸੁਲੱਖਣੀ ਜੀ ਬੋਲੇ, ਕਿਉਂਕਿ ਵਿਛੜਨਾ ਤੇ ਉਹ ਵੀ ਨਹੀਂ ਸੀ ਚਾਹੁੰਦੇ, ਘਰ ਤੇ ਛੱਡ ਕੇ ਉਹ ਵੀ ਨਹੀਂ ਸੀ ਜਾਣਾ ਚਾਹੁੰਦੇ। ਪਰ ਹਾਲਾਤਾਂ ਨੇ ਮਜਬੂਰ ਕਰਤਾ, ਲੋਕਾਂ ਦੀਆਂ ਗੱਲਾਂ ਨੇ ਇਹੋ ਜਿਹਾ ਪ੍ਰੈਸ਼ਰ ਬਿਲਡ ਕਰਤਾ ਮਾਪਿਆਂ ਤੇ। ਮੂਲ ਚੰਦ ਰੋਜ਼ ਆਉਣ ਲੱਗ ਪਏ, ਪਿੰਡ ਦੇ ਲੋਕ ਗੱਲਾਂ ਚੱਕਣ ਲੱਗ ਗਏ, ਸ਼ਰੀਕਾ ਬੋਲਣ ਲੱਗ ਗਿਆ। ਫਿਰ ਹਾਲਾਤ ਕਿੱਥੇ ਆ ਗਏ? ਤੁਹਾਨੂੰ ਤੁਹਾਡੇ ਘਰ ਚੋਂ ਕੋਈ ਦੁਖੀ ਨਹੀਂ ਕਰਦਾ, ਤੁਸੀਂ ਪਰਿਵਾਰ 'ਚ ਰਹਿੰਦੇ ਹੋ, ਬੜੇ ਖੁਸ਼ ਹੋ। ਤੇ ਜਿੱਦਣ ਵੀ ਦੁਖੀ ਹੋਵੋਗੇ ਨਾ, ਮੁਕਤ ਦੇ ਦੁਸ਼ਮਣਾਂ ਤੋਂ ਦੁਖੀ ਹੋਵੋਗੇ। ਉਹ ਕਿਹੜੇ ਆ ਜੀ? ਜਿਹੜੇ ਸਾਡੇ ਖੂਨ ਦੇ ਬਲੱਡ ਰਿਲੇਸ਼ਨ ਹੁੰਦੇ ਆ। ਕਿਸੇ ਦਿਨ ਨਣਦ ਦਾ ਫੋਨ ਆ ਜਾਣਾ, ਕਿਸੇ ਦਿਨ ਜਠਾਣੀ ਦਾ ਆ ਜਾਣਾ, ਕਿਸੇ ਦਿਨ ਦਰਾਣੀ ਦਾ ਆ ਜਾਊਗਾ, ਕਿਸੇ ਦਿਨ ਕਿਸੇ ਦਾ ਆ ਜਾਊਗਾ। ਉਹਨਾਂ ਕਹਿਣਾ ਫਲਾਣੇ ਨੇ ਤੁਹਾਡੇ ਬਾਰੇ ਇੱਦਾਂ ਕਿਹਾ ਸੀ, ਤੁਸੀਂ ਇੱਦਾਂ ਕਿਉਂ ਕਰਿਆ? ਗੁੱਸਾ ਆ ਜਾਂਦਾ। ਫਿਰ ਫੋਨ ਚੱਕਿਆ ਇੱਧਰ ਦੀ ਉੱਧਰ। ਅੱਜ ਕੱਲ੍ਹ ਤੇ ਚੁਗਲੀ ਦਾ ਵੇ ਬੜਾ ਸੁੱਖ ਹੈ, ਇੰਟਰਨੈਟ ਦਾ ਜ਼ਮਾਨਾ ਹੈ। ਫਿਰ ਲੜਾਈਆਂ ਸ਼ੁਰੂ ਹੋ ਜਾਂਦੀਆਂ। ਬੰਦਾ ਆਪਣੇ ਘਰ 'ਚ ਰਹਿ ਕੇ ਪਰੇਸ਼ਾਨ ਹੈ, ਘਰ 'ਚ ਰਹਿ ਕੇ ਖੁਸ਼ ਨਹੀਂ, ਕਿਉਂਕਿ ਰਿਸ਼ਤੇਦਾਰੀਆਂ ਦੇ ਝਮੇਲਿਆਂ ਵਿੱਚ ਫਸੇ ਲੋਕ
ਨਾ ਬੰਦਗੀ ਕਰ ਸਕਦੇ, ਨਾ ਸੇਵਾ ਕਰ ਸਕਦੇ, ਨਾ ਸਤਸੰਗ ਕਰ ਸਕਦੇ, ਨਾ ਉਹ ਆਪਣੇ ਲਈ ਸਮਾਂ ਕੱਢ ਸਕਦੇ। ਆਪਣੇ ਲਈ ਨਹੀਂ ਜਿਉਂਦੇ। ਪਰ ਉਹਨਾਂ ਸਮਿਆਂ ਦੇ ਹਾਲਾਤ ਵੇਖੋ, ਕਹਿੰਦੇ ਪ੍ਰੇਮ ਕਰਦੇ ਸੀ ਇੱਕ ਦੂਜੇ ਦੇ ਨਾਲ, ਪਰ ਹਾਲਾਤ ਇਦਾਂ ਦੇ ਆ ਕੇ ਬਣ ਗਏ, ਸਮੋੜ ਤੇ ਆਣ ਖੜੇ ਹੋਏ। ਨਾ ਚਾਹੁੰਦਿਆਂ ਮਾਤਾ ਸੁਲੱਖਣੀ ਨੂੰ ਘਰ ਛੱਡਣਾ ਪਿਆ। ਹੁਣ ਆਪਣੇ ਦਿਲਾਂ ਤੇ ਹੱਥ ਰੱਖ ਕੇ ਸੋਚੋ, ਸਾਡੀ ਮਾਂ ਸੁਲੱਖਣੀ ਘਰ ਛੱਡ ਕੇ ਪਤੀ ਦਾ ਚੱਲੀ ਹੈ, ਦੁਨਿਆਵੀ ਤੌਰ ਤੇ ਕਿੰਨੀ ਕੁ ਸੁਖੀ ਹੋਣੀ ਆ। ਆਖੋ ਸਤਿਨਾਮ। ਕਿੰਨੇ ਕੁ ਸੁਖੀ ਹੋਣੀ? ਕਿਹੜੀ ਔਰਤ ਹੈ ਜੀ ਜਿਹੜਾ ਆਪਣਾ ਘਰ ਛੱਡ ਕੇ ਜਾਂਦੀ ਹੈ? ਦੱਸੋ ਜਰਾ, ਹੈ ਕੋਈ? ਹਾਂ, ਉਦੋਂ ਜਾਏਗੀ ਜਦ ਪਾਣੀ ਨੱਕ ਤੋਂ ਪਾਰ ਹੋ ਜੇ। ਕਿਤੇ ਨਾ ਕਿਤੇ ਦੁਖੀ ਸੀ, ਪਰੇਸ਼ਾਨ ਸਨ। ਇਹ ਤੇ ਭਾਈ ਬਾਲਾ ਜੀ ਆਪ ਸੁਣਾ ਰਹੇ ਨੇ, ਕਹਿੰਦੇ ਗੱਲ ਇੱਥੇ ਤੱਕ ਆਣ ਖੜੀ ਹੋਈ, ਨਵਾਬ ਸਾਹਿਬ ਦੀ ਕਚਹਿਰੀ ਵਿੱਚ ਵੀ ਫੈਸਲੇ ਹੋਲੇ ਪਰ ਗੱਲ ਨਾ ਬਣੀ। ਹੁਣ ਤੇ ਫਿਰ ਮੂਲ ਚੰਦ ਦਾ ਫੈਸਲਾ ਸੀ, ਪਿਤਾ ਦਾ। ਫਿਰ ਪਿਤਾ ਹੀ ਫੈਸਲਾ ਕਰਦਾ ਹੁੰਦਾ ਹੈ। ਜਦ ਧੀਆਂ ਦੁਖੀ ਹੁੰਦੀਆਂ ਨੇ, ਮਾਪੇ ਬੜੀ ਵਾਰ ਵੇਖਦੇ ਆ, ਬੜੇ ਮੌਕੇ ਵੇਖਦੇ ਆ। ਇੱਕ ਦਿਨ ਮਾਪਿਆਂ ਨੂੰ ਉੱਠ ਕੇ ਕਹਿਣਾ ਪੈਂਦਾ, ਪੁੱਤ ਚੱਲ ਤੇਰਾ ਘਰ ਰੋਸ਼ੀ ਵੇਖੀ ਤੂੰ, ਜੇ ਤੈਨੂੰ ਇਹਨਾਂ ਆਪਣਾ ਨਹੀਂ ਨਾ ਬਣਾਇਆ, ਅਸੀਂ ਥੋੜਾ ਮਰ ਗਏ ਆ, ਚੱਲ ਸਾਡੇ ਘਰ। ਕਹਿੰਦੀ ਉਸ ਵੇਲੇ ਮਾਤਾ ਸੁਲੱਖਣੀ ਯਾਦ ਕਰਕੇ ਰੋਂਦੇ ਨੇ, ਮੈਂ ਇਸ ਘਰ ਵਿੱਚ ਆਈ ਸੀ, ਸ਼ਹਿਨਾਈਆਂ ਵੱਜੀਆਂ ਸੀ, ਨਣਦ ਮੇਰੀ ਨੇ ਕਿੰਨਾ ਚਾਅ ਕੀਤਾ ਸੀ, ਅੱਜ ਇੱਥੇ ਘਰ ਟੁੱਟਦਾ ਜਾਂਦਾ ਹੈ। ਸੱਸ ਮਾਂ ਤ੍ਰਿਪਤਾ ਨੂੰ ਇਹਦੇ ਬਾਰੇ ਖਬਰ ਵੀ ਕੋਈ ਨਹੀਂ। ਪਿਤਾ ਕਲਿਆਣ ਚੰਦ ਨੂੰ ਤੇ ਪਤਾ ਵੀ ਨਹੀਂ ਹੈ ਵੀ ਪੁੱਤ ਸਾਡੇ ਦਾ ਘਰ ਵਸਦਾ ਉਜੜ ਰਿਹਾ। ਆਖੋ ਸਤਿਨਾਮ। ਸ਼ਬਦ ਵਰਤੇ ਆ, ਉਜੜ ਰਿਹਾ। ਇਹ ਹੋਇਆ ਹੀ ਹੁੰਦਾ, ਇਸੇ ਤਰ੍ਹਾਂ ਹੋਇਆ। ਪਹਿਲਾਂ ਕਹਿ ਗਏ ਨੇ ਮੂਲ ਚੰਦ ਦਾ, ਮੂਲ ਚੰਦ ਨੇ ਕਹਿ ਹੀ ਦਿੱਤਾ ਕਿ ਮੇਰੀ ਧੀ ਦਾ ਘਰ ਉਜਾੜਨ ਵਾਲਾ ਮੇਰਾ ਕੀ ਲੱਗਦਾ। ਇਹ ਦੁਨਿਆਵੀ ਪੱਖ ਹੈ। ਜਿੱਦਣ ਗੁਰੂ ਨਾਨਕ ਸਾਹਿਬ ਦਾ ਪੱਖ ਆਏਗਾ ਤੇ ਉਦਣ ਸਮਝ ਆਉਣੀ ਵੀ ਉਹ ਪੀਰ ਪਰਵਾਹ ਨੇ, ਦੁੱਖ ਦੇਣ ਨਹੀਂ ਕਿਸੇ ਨੂੰ ਆਏ। ਕਿ ਮਨ ਦੇ ਬਲਬਲੇ ਸੀ, ਮਨ ਹੀ ਦੁਖੀ ਕਰਦਾ ਸੀ, ਉਹ ਮੇਰੀ ਨਹੀਂ ਮੰਨਦੇ, ਮੇਰੀ ਨਹੀਂ ਸੁਣਦੇ, ਏਦਾਂ ਕਰਦੇ ਉਦਾਂ ਕਰਦੇ। ਸਾਨੂੰ ਸਾਡਾ ਮਨ ਪਰੇਸ਼ਾਨ ਕਰਦਾ। ਅਸੀਂ ਆਪਣੇ ਆਪ ਹੀ ਸਲਾਹਾਂ ਕਰਦੇ ਹਾਂ, ਮਨ ਆਪੇ ਸੋਚੀ ਜਾਂਦਾ, ਆਪੇ ਧਰਵਾਸੀ ਦੇਈ ਜਾਂਦਾ, ਆਪਣੇ ਆਪ ਨੂੰ ਆਪੀ ਸ਼ਿਕਾਇਤਾਂ ਦੇਈ ਜਾਂਦਾ। ਭੈਣ ਨਾਨਕੀ ਨੇ ਸਿਰ ਹੱਥ ਰੱਖਿਆ, ਕਹਿੰਦੇ ਭਰਜਾਈ ਮਾਫ ਕਰੀ, ਤੈਨੂੰ ਕਿਤੇ ਉੱਚਾ ਨੀਵਾਂ ਬੋਲਿਆ ਗਿਆ ਹੋਵੇ। ਉਹ ਵੀ ਆਖਣ ਲੱਗੇ, ਕਹਿੰਦੇ ਭੈਣੇ ਐਸਾ ਕੁਛ ਨਹੀਂ, ਮੇਰਾ ਤੁਹਾਡੇ ਨਾਲ ਕੋਈ ਗਿਲਾ ਨਹੀਂ, ਪਰ ਮੈਂ ਕੀ ਕਰਾਂ, ਮੇਰੀ ਵੀ ਤੇ ਜ਼ਿੰਦਗੀ ਏਦਾਂ ਦੀ ਬਣ ਗਈ। ਘਰ ਦੀਆਂ ਦੀਵਾਰਾਂ ਵਿੱਚ ਮੈਂ ਕੈਦ ਹੋ ਗਈ। ਪਤੀ ਮੇਰਾ ਜੰਗਲਾਂ ਵਿੱਚ ਰਹਿੰਦਾ ਹੈ, ਸ਼ਮਸ਼ਾਨਾਂ ਵਿੱਚ ਰਹਿੰਦਾ ਹੈ। ਕਦੇ ਬੱਚਿਆਂ ਦੀ ਆ ਕੇ ਖਬਰ ਨਹੀਂ ਸੀ ਪੁੱਛਦਾ। ਮਾਂ ਮੇਰੀ ਦੁਖੀ, ਪਿਓ ਮੇਰਾ ਦੁਖੀ, ਮੈਂ ਨਹੀਂ ਆਪਣੇ ਮਾਪਿਆਂ ਨੂੰ ਉੱਥੇ ਤੜਫਦਾ ਵੇਖ ਸਕਦੀ। ਭੈਣ ਨਾਨਕੀ ਕਹਿੰਦੇ ਕੋਈ ਨਹੀਂ, ਹੌਸਲਾ ਰੱਖੋ, ਵਾਹਿਗੁਰੂ ਪਰਮਾਤਮਾ ਸਭ ਠੀਕ ਕਰੇਗਾ। ਦੋਹਰ ਪ੍ਰੇਮ ਹਿਰਦੈ ਗਦ ਗਦ ਗਿਰਾ, ਧਰਿਓ ਚਰਨ ਪਰ ਸੀਸ, ਲਾਏ ਗਰੇ ਸੋ ਨਾਨਕੀ, ਹਿਤ ਸੋ ਦੀਨ ਅਸੀਸ। ਆਖਰਕਾਰ ਛੋਟੀ ਭਰਜਾਈ ਨੇ ਬੇਬੇ ਨਾਨਕੀ ਦੇ ਚਰਨਾਂ ਤੇ ਸਿਰ ਰੱਖਤਾ ਜੀ, ਰੋਏ ਚਰਨ ਕਰਕੇ। ਕਹਿੰਦੇ ਬਖਸ਼ਿਓ, ਵੱਡੇ ਹੋ ਮੇਰੇ ਤੋਂ ਤੁਸੀਂ, ਮੇਰੀਆਂ ਭੁੱਲਾਂ ਨਾ ਚਿਤਾਰਿਓ। ਅੱਜ ਸਾਡੇ ਇਸ ਫੈਸਲੇ ਕਰਕੇ ਤੁਹਾਨੂੰ ਦੋਨਾਂ ਨੂੰ ਰੋਣਾ ਪਿਆ। ਭੈਣ ਨਾਨਕੀ ਦਾ ਦਿਲ ਬਹੁਤ ਵੱਡਾ ਸੀ। ਆਪਣੀ ਭਰਜਾਈ ਨੂੰ ਮੋਢਿਆਂ ਤੋਂ ਫੜਿਆ, ਘੁੱਟ ਕੇ ਗਲ ਨਾਲ ਲਾਇਆ, ਥਾਪੜਾ ਦਿੱਤਾ। ਕਹਿੰਦੇ ਸ਼ੇਰ ਕਦੇ ਘਬਰਾਉਂਦੇ ਨਹੀਂ ਹੁੰਦੇ। ਆਖੋ ਸਤਿਨਾਮ। ਭਰਜਾਈਏ ਤੂੰ ਜਾਨ ਤੋਂ ਵੱਧ ਪਿਆਰੀ ਹੈ ਮੈਨੂੰ, ਚਿੰਤਾ ਨਾ ਕਰੀ, ਦਿਨ ਭਰੇ ਆਉਣਗੇ। ਚੌਪਈ ਲਖਮੀ ਦਾਸ ਸੀਸ ਕਰ ਫੇਰਾ, ਕਰਤ ਦੌਲਾਰ ਪ੍ਰੇਮ ਬੋ ਬੇਰਾ। ਉਸ ਸਮੇਂ ਦਾ ਪੰਡਤ ਜਿਹੜਾ ਨਾਲ ਆਇਆ ਸੀ ਸਿਆਮਾ ਤੇ ਕੁਝ ਹੋਰ ਲੋਕ ਮੂਲ ਚੰਦ ਨਾਲ, ਉਹਨਾਂ ਨੇ ਸਮਾਨ ਚੁੱਕਿਆ, ਗੱਡੇ 'ਚ ਰੱਖ ਲਿਆ, ਜਾਂਦੀ ਤਿਆਰੀ ਹੈ। ਫਿਰ ਭੈਣ ਨਾਨਕੀ ਅੱਗੇ ਆਏ, ਸਭ ਤੋਂ ਛੋਟੀ ਉਮਰ ਦੇ ਬਾਬਾ ਲਖਮੀ ਦਾਸ, ਬਹੁਤ ਛੋਟੀ ਉਮਰ ਹੈ, ਮਾਂ ਦੇ ਕੋਲ ਖੜੇ ਸੀ। ਭੈਣ ਨਾਨਕੀ ਬੈਠੇ, ਮੁੱਖ ਚੁੰਮਿਆ, ਸਿਰ ਤੇ ਹੱਥ ਰੱਖਿਆ, ਘੁੱਟ ਕੇ ਗਲ ਨਾਲ ਲਾਇਆ। ਇਹ ਪੁੱਤਰ ਨੇ ਗੁਰੂ ਨਾਨਕ ਸਾਹਿਬ ਦੇ। ਭੈਣ ਨੂੰ ਤੇ ਉਸ ਛੋਟੇ ਜਿਹੇ ਬੱਚੇ 'ਚੋਂ ਆਪਣੇ ਪਿਆਰੇ ਵੀਰ ਦਾ ਚਿਹਰਾ ਦਿਸਦਾ ਹੈ, ਉਹਦਾ ਰੂਪ ਨਜ਼ਰ ਆਉਂਦਾ ਹੈ। ਕਹਿੰਦੇ ਬੱਚੇ ਨੂੰ ਗਲ ਲਾ ਕੇ ਭੁੱਪਾ ਮਾਰ ਕੇ ਰੋਏ, ਬੜਾ ਪਿਆਰ ਦਿੱਤਾ ਏ। ਆਨਨ ਭਨਤ ਨ ਜਾਣਤ ਤਿਨ ਕੋ, ਹੇ
को बस सोच सोच के रोंदे ने, विछोड़ा होएगा, दुख होएगा। बाबा लक्ष्मी दास नूं बड़ा प्यार करदे, कहंदे पुत्रा तैनूं की पता तू विछड़ चले है, तैनूं थोड़ा पता ही ना लगदा, तू साथों दूर हो गया, भूआ जी तो दूर चले है। ते उदों दी आ भूआ वेखो कितना प्यार सी, ते भूआ ते कदे हरनाक्षरी वेख लिओ बोलदा, वो भी ते अपने भतीजे नूं अग च लैके बह गई सी। पर यह भूआ वेखो, जे भूआ होएगी ते भैण नानकी वर्गी होवे, वरना नहीं होवे ते ऐसी हो। दिलों प्रेम, हिरदे तो प्रेम, प्रेम किन्ना सी, उछल उछल के पैंदा सी। प्यार ते लोग अज भी करते आ, रिश्तेदार बड़ियां बड़ियां सलाहां दिंदे आ, पर नाल कदे नहीं खड़दे। जे किते 2-3 महीने भूआ नूं भतीजा रखना पै गया, सारी जिंदगी सुणाउंदी है। पुत माड़े टाइम ते भूआ ही खड़ी सी ना, वो कहता भूआ ना खड़दी, फिर जे सुना ताने मारने, फिर मैनूं कहंदी होई रख दे। रिश्तेदारां दा काम है। पर भूआ जी देखो कैसे बड़ा प्यार कीता अपनी भरजाई नूं, कहंदे इन्हां छोटे छोटे लालां नूं विचारियां नूं की पता है साडे घर की हो रही है, असीं कित्थे जा रहे हैं, घर दे हालात किहो जे बन गए ने। लक्ष्मी दास नूं प्रेम करन तो बाद सिर परोसिया, कुछ माया उन्हां दे हत्थ बढ़ाई है। श्री चंद को ले निज अंका, सुंगत माता बदन में अंका। मन करके भावुक होए साडे माता सुलखणी जी, अपने बड़े सपुत्र बाबा श्री चंद नूं गल ला के खूब रोए। उन्हां नूं पता है अज मेरा वड्डा पुत मैथों विछड़न लगे, किते इत्थे रहना। मत्था चुमिया, बड़ा प्यार कीता। वो पुत नूं कहंदे पुत अपनी मां दा ख्याल रखी, ये नहीं किया भी तेरी मां बैर, मां किहड़ी है बेबे नानकी। ये हुंदे रिश्ते, ये हुंदे ने प्रेम। पर वो तां गल लाउंदे आ, तां मत्था सुंघदे आ, पता नहीं जिंदगी विच कद मिलना है। डिसाइड थोड़ी है, पक्का थोड़ी पता है। ये कोई कोर्ट की तरीक ते है नहीं भी फलाने दिन फैसला हो जाऊगा, क्योंकि जगत गुरु नानक साहब जी का यही नहीं पता भी घर आना या नहीं आना, कोई पता नहीं है। ते जे घर आ भी गए, किते गल चल भी गई, मर्द ने यह भी कहता भी मैं नहीं जाना, मैनूं की लोड़, असीं किहड़ा भेजिया, असीं आप ही गए, बेपरवाह नहीं ना हो। इस करके कोई पता नहीं है नदियां तो विछड़े नीर मिल लगे या नहीं मिल लगे। अपने सपुत्र बाबा श्री चंद नूं प्यार कीता, सिर ते हाथ रखिया, मुख ते सिर परोसिया, बड़ा हौसला दिता है। ज्यों गो बतशे तज नस काहे, त्यों लगाए घर छोरत नाही। पुੱਤ ਨੂੰ ਛੱਡਣਾ ਨਹੀਂ ਚਾਹੁੰਦੇ, ਜਿਵੇਂ ਗਾਂ ਆਪਣੇ ਬੱਚੇ ਨੂੰ ਨਹੀਂ ਨਾ ਛੱਡਦੀ। ਗਾਂ ਤੇ ਬੱਚੇ ਦਾ ਪ੍ਰਮਾਣ ਤੁਹਾਨੂੰ ਬਾਣੀ 'ਚ ਵੀ ਮਿਲਣਾ ਹੈ। ਮੱਝ ਕੱਟੇ ਨਾਲ ਇੰਨਾ ਪਿਆਰ ਨਹੀਂ ਕਰਦੀ ਜਿੰਨਾ ਗਾਂ ਆਪਣੇ ਬੱਚੇ ਨੂੰ ਕਰਦੀ। ਕਦੇ ਨੋਟ ਕਰਿਓ, ਪਿੰਡਾਂ ਵਾਲੇ ਜਾਣਦੇ ਆ, ਮਾਂ ਦੀ ਮਮਤਾ ਜੇ ਵੇਖਣੀ ਹੈ ਗਾਂ ਤੇ ਉਹਦੇ ਬੱਚਿਆਂ ਵਿੱਚ ਵੇਖਿਓ, ਇਨਸਾਨਾਂ ਨਾਲੋਂ ਕਿਤੇ ਵੱਧ ਪਿਆਰ ਹੈ। ਇੱਥੇ ਪ੍ਰਮਾਣ ਦਿੱਤਾ, ਕਹਿੰਦੇ ਜਿਵੇਂ ਗਾਂ ਆਪਣੇ ਬੱਛੜੇ ਤੋਂ ਦੂਰ ਹੋਣਾ ਨਹੀਂ ਚਾਹੁੰਦੀ, ਮਾਂ ਸੁਲੱਖਣੀ ਆਪਣੇ ਪੁੱਤ ਸ੍ਰੀ ਚੰਦ ਤੋਂ ਦੂਰ ਨਹੀਂ ਸੀ ਹੋਣਾ ਚਾਹੁੰਦੀ। ਆਂਦਰਾ ਨਹੀਂ ਨਾ ਫਿਰ ਵੀ ਆਖਰਕਾਰ ਬਾਬਾ ਸ੍ਰੀ ਚੰਦ ਜੀ ਮਾਂ ਦੇ ਗਲ ਤੋਂ ਉਤਰ ਕੇ ਵੱਡੀ ਮਾਂ ਕੋਲ ਆ ਗਏ, ਬੇਬੇ ਨਾਨਕੀ ਕੋਲ ਆ ਗਏ। ਉਹਨਾਂ ਨੂੰ ਨਹੀਂ ਪਤਾ ਰੋਣਾ ਕੀ ਹੁੰਦਾ, ਕਿਉਂ ਨਹੀਂ ਪਤਾ ਨਹੀਂ। ਬਾਬਾ ਸ੍ਰੀ ਚੰਦ ਸਾਰੀ ਜ਼ਿੰਦਗੀ ਵਿੱਚ ਕਦੇ ਨਹੀਂ ਰੋਏ। ਆਖੋ ਸਤਿਨਾਮ, ਤਿਆਗੀ ਸਾਧੂ ਸੀ ਉਹ, ਬੰਦਗੀ ਵਾਲੀ ਉਹ ਮੂਰਤ ਸੀ, ਰੱਬ ਦਾ ਰੂਪ ਸਨ, ਜਿਨ੍ਹਾਂ ਸਾਰੀ ਜ਼ਿੰਦਗੀ ਤਪੱਸਿਆ ਘੋਰ ਕੀਤੀ, ਘਰ ਵੱਲ ਕਦੇ ਮੁੜ ਕੇ ਨਹੀਂ ਵੇਖਿਆ। ਉਹਨਾਂ ਦਾ ਬਚਪਨ ਐਵੇਂ ਆਮ ਥੋੜਾ ਹੁੰਦਾ, ਪਰ ਪਰਵਰਿਸ਼ ਕਿਹਨਾਂ ਦੀ ਸੀ? ਧੰਨ ਮਾਤਾ ਨਾਨਕੀ। ਸਾਡੇ ਬਹੁਤ ਸਤਿਕਾਰਯੋਗ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਭੈਣ, ਜਿਨ੍ਹਾਂ ਨੂੰ ਬੇਬੇ ਕਿਹਾ ਜਾਂਦਾ ਹੈ, ਕਿਉਂਕਿ ਪਾਕਿਸਤਾਨ ਵਿੱਚ ਅੱਜ ਵੀ ਭੈਣ ਨੂੰ ਬੇਬੇ ਸ਼ਬਦ ਨਾਲ ਪੁਕਾਰਦੇ ਆ। ਬੇਬੇ ਹੁੰਦੀ ਭੈਣ, ਤੇ ਸਾਡੇ ਮਾਲ ਵਿੱਚ ਇੱਧਰ ਦੇ ਇਲਾਕੇ 'ਚ ਬੇਬੇ ਕਹਿੰਦੇ ਆ, ਵੱਡੀ ਮਾਂ ਨੂੰ ਬੇਬੇ, ਦਾਦੀ ਨੂੰ ਬੇਬੇ ਨਹੀਂ ਕਹਿੰਦੇ। ਇਲਾਕੇ ਇਲਾਕੇ ਦੀ ਗੱਲ ਹੈ, ਕਿਉਂਕਿ ਹਰ 7.5 ਕਿਲੋਮੀਟਰ ਤੋਂ ਬਾਅਦ ਜ਼ਿਲ੍ਹਾ ਭਾਵੇਂ ਇੱਕ ਹੋਵੇ, ਬੋਲੀ 'ਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ। ਸਾਡੇ ਦੇਸ਼ ਦੀ ਵਿਭਿੰਨਤਾ ਹੈ, ਇਕੱਲਾ ਪੰਜਾਬ ਨਹੀਂ, ਪੂਰੇ ਭਾਰਤ ਵਿੱਚ 7 ਕਿਲੋਮੀਟਰ ਬਾਅਦ ਬੋਲੀ ਚੇਂਜ ਹੁੰਦੀ ਜਾਊਗੀ। ਕਿਤੇ 5-7 ਸ਼ਬਦ ਬਦਲ ਕੇ ਥੋੜਾ ਅੱਗੇ ਜਾਓਗੇ, ਹੋਰ ਬਦਲ ਕੇ ਥੋੜਾ ਅੱਗੇ ਜਾਓਗੇ, ਹੋਰ ਬਦਲ ਜਾਣਗੇ, ਫਰਕ ਪੈਂਦਾ ਹੈ। ਉਹਨਾਂ ਸਮਿਆਂ ਦੇ ਵਿੱਚ ਬਾਬਾ ਸ੍ਰੀ ਚੰਦ ਭੈਣ ਨਾਨਕੀ ਦੇ ਕੋਲ ਆਏ ਸਨ। ਉਧਰ ਮਾਤਾ ਸੁਲੱਖਣੀ ਨੇ ਆਪਣੇ ਪੁੱਤ ਲక్ష్ਮੀ ਦਾਸ ਦੀ ਉਂਗਲ ਨਾਲ ਬਹੁਤ ਛੋਟੇ
ਸੱਸ ਚੰਦੋ ਰਾਣੀ ਤੋਂ ਕੇ ਵਿਛੋੜਾ ਅੱਜ ਜਰਿਆ ਜਾਂਦਾ ਨਹੀਂ। ਰੁਦਨ ਸ਼ਿਰ ਸੋ ਬਦਨ ਭਗੋਈ ਦੋ ਦਿਸ਼ ਮੋ ਵਿਖੇ ਮਨ ਭੋਏ। ਮਹਾਕਵੀ ਭਾਈ ਸੰਤੋਖ ਸਿੰਘ ਪ੍ਰਸੰਗਾਂ ਦਾ ਬਿਆਨ ਕਰਦੇ ਨੇ, ਕਹਿੰਦੇ ਸਾਰੇ ਹੀ ਰੋਏ ਅੱਜ, ਉਹ ਦੁਨੀਆ ਵੇਖਦੀ ਸੀ, ਸਾਰੇ ਲੋਕ ਖੜੇ ਖੜੇ। ਅੱਜ ਉਹੀ ਲੋਕ ਨੇ ਜਿੰਨਾ ਕਦੇ ਇਸ ਘਰ ਵਿੱਚ ਢੁੱਕਦੀ ਬਰਾਤ ਵੇਖੀ ਸੀ ਨਾ ਮੁੜ ਕੇ ਆਉਂਦੀ ਤੇ ਜਾਂਦੀ, ਅੱਜ ਉਹੀ ਉਹ ਲੋਕ ਕੰਧਾਂ ਤੇ ਚੜ ਚੜ ਰੋਂਦੇ ਨੇ, ਹਾਏ ਓ ਰੱਬਾ ਇਹ ਕੀ ਹੋ ਗਿਆ। ਛੋਟੇ ਛੋਟੇ ਬੱਚੇ ਅੱਜ ਵਿਛੜਦੇ ਜਾ ਰਹੇ ਨੇ, ਇਹਨਾਂ ਦਾ ਪਿਤਾ ਫਕੀਰ ਹੋ ਗਿਆ। ਕਈ ਕਹਿੰਦੇ ਪਤਾ ਨਹੀਂ ਪਿਤਾ ਦੇ ਦਿਲ ਦਿਮਾਗ ਵਿੱਚ ਕੀ ਆਇਆ ਹੋਣਾ, ਵਿਚਾਰਾ ਉਹ ਕਿਉਂ ਫਕੀਰ ਬਣਿਆ, ਕਿਹੜਾ ਦੁੱਖ ਮਾਰਿਆ ਹੋਣਾ, ਕਿਉਂਕਿ ਭਾਵੁਕ ਸਮਾਂ ਹੈ। ਇੱਧਰ ਜੈ ਰਾਮ ਰੋਂਦੇ ਆ, ਜੈ ਰਾਮ ਦੇ ਪਿਤਾ ਪਰਮਾਨੰਦ ਜੀ, ਜੈ ਰਾਮ ਦੀ ਮਾਤਾ ਭੁਬਾਵਾ ਰੋਂਦੀ ਹੈ, ਇੱਧਰ ਬੇਬੇ ਨਾਨਕੀ ਅਥਰੂ ਭਰੇ ਆ। ਉਧਰ ਦੂਜੇ ਪਾਸੇ ਮੂਲ ਚੰਦ ਜੀ, ਚੰਦੋ ਰਾਣੀ ਜੀ, ਬੁਰਾ ਹਾਲ ਹੈ। ਮਾਤਾ ਸੁਲੱਖਣੀ ਤੇ ਉੱਚੀ ਉੱਚੀ ਰੋਂਦੇ ਨੇ, ਕਿਉਂਕਿ ਘਰ ਛੱਡ ਕੇ ਚੱਲੇ ਨੇ। ਸ਼੍ਰੀ ਜੈ ਰਾਮ ਨਾਨਕੀ ਦੋ ਲੋਚਨ ਤੇ ਜਲ ਮੋਚਤ ਸੋ। ਜੈ ਰਾਮ ਜੀ ਤੇ ਬੇਬੇ ਨਾਨਕੀ ਆਪਣੇ ਹੰਝੂਆਂ ਨੂੰ ਪੂੰਝਦੇ ਆ, ਬੋਲਿਆ ਨਹੀਂ ਜਾਂਦਾ, ਕੁਝ ਹੱਥ ਹੀ ਜੋੜੀ ਜਾਂਦੇ ਬਾਰ-ਬਾਰ। ਕਿਉਂ ਨਹੀਂ ਕਹਿੰਦੇ ਰੁਕ ਜਾਓ, ਕੀ ਕਹਿੰਦੇ। ਕਈ ਵਾਰ ਜ਼ੁਬਾਨ ਸਾਥ ਛੱਡ ਜਾਂਦੀ ਹੈ, ਅਲਫਾਜ਼ ਮੁੱਕ ਜਾਂਦੇ ਨੇ, ਕਹਿਣਾ ਬੜਾ ਭੁੱਲ ਚਾਹੁੰਦੇ ਆ, ਕਿਹਾ ਨਹੀਂ ਜਾਂਦਾ। ਜੈ ਰਾਮ ਦੀ ਜ਼ਿੰਦਗੀ 'ਚ ਇੰਨਾ ਫੁੱਟ ਕੇ ਕਦੇ ਨਹੀਂ ਸੀ ਰੋਏ ਜਿੰਨਾ ਅੱਜ ਰੋਏ ਨੇ। ਰੁਦਨ ਕਰਤ ਸਭ ਦਾਸੀ ਦਾਸਾ ਬਿਹਿ ਜਨਤ ਮਨ ਭਾ ਦੁਖ ਰਾਸਾ। ਭਾਈ ਬਾਲਾ ਜੀ ਕਹਿੰਦੇ ਕੱਲੇ ਆ ਨਹੀਂ ਰੋਏ, ਘਰ ਦੀਆਂ ਦਾਸੀਆਂ ਨੌਕਰਾਣੀਆਂ, ਓਏ ਤੁਲਸਾ ਦਾਸੀ ਵੀ ਅੱਜ ਰੋਈ ਹੈ ਧੋਬਾ ਮਾਰ ਮਾਰ ਕੇ। ਕਦੇ ਭੈਣ ਨਾਨਕੀ ਦੇ ਗਲ ਲੱਗ ਕੇ ਰੋਂਦੀ ਹੈ, ਕਦੇ ਮਾਤਾ ਸੁਲੱਖਣੀ ਦੇ ਗਲ ਪਿਸ ਰਹੇ ਨੇ ਵਿੱਚ, ਦੁਖੀ ਨੇ ਬਹੁਤ। ਕਹਿੰਦੇ ਕੁਝ ਸ਼ਰੀਕੇ ਦੀਆਂ ਔਰਤਾਂ ਉਹਨਾਂ ਦੀ ਅਥਰੂ ਗੇਰੇ, ਕਦੇ ਸੋਚਿਆ ਨਹੀਂ ਸੀ, ਕਿਸੇ ਦੇ ਦਿਲ 'ਚ ਖਿਆਲ ਨਹੀਂ ਸੀ ਆਇਆ ਪਲਾਂ ਵਿੱਚ ਸਭ ਕੁਝ ਏਦਾਂ ਹੋ ਜਾਊਗਾ। ਮੂਲ ਚੰਦ ਪੁਨ ਚੰਦੋ ਰਾਣੀ ਰੋਦਨ ਕਰਤ ਬਿਕੁਲ ਭੀ ਬਾਨੀ। ਉਸ ਵੇਲੇ ਸਤਿਗੁਰਾਂ ਦੇ ਸਹੁਰਾ ਮੂਲ ਚੰਦ ਤੇ ਚੰਦੋ ਰਾਣੀ ਰੋ ਰੋ ਕੇ ਬਿਲ ਕੇ ਫੈਸਲਾ ਲੈ ਤੇ ਲਿਆ, ਧੀ ਨੂੰ ਲੈ ਕੇ ਚੱਲੇ ਆ, ਪਰ ਕਦਮ ਨਹੀਂ ਫੜਕੇ ਜਾਂਦੇ, ਪੈਰ ਭਾਰੇ ਹੋ ਗਏ, ਕਦਮ ਭਾਰੇ ਹੋ ਗਏ, ਤੁਰਿਆ ਨਹੀਂ ਜਾਂਦਾ। ਬੜੀ ਵੱਡੀ ਜ਼ਿੰਮੇਵਾਰੀ ਲੈ ਕੇ ਬਾਬੂ ਨਿਕਲ ਲੱਗਿਆ। ਮੂਲ ਚੰਦ ਕਹਿੰਦਾ ਚੱਲ ਪੁੱਤ ਚੱਲੀਏ। ਧੀ ਤੁਰਨਾ ਚਾਹੁੰਦੀ, ਮਾਂ ਨੇ ਬਾਹ ਫੜੀ, ਪੁੱਤ ਚੱਲ। ਜਦੋਂ ਘਰ ਤੋਂ ਇੱਕ ਕਦਮ ਟੁੱਟਿਆ ਨਾ, ਫਿਰ ਨੌਕਰ ਰੋਏ, ਦਾਸੀਆਂ ਰੋਈਆਂ, ਭੈਣ ਨਾਨਕੀ ਰੋਏ, ਬਾਰ-ਬਾਰ ਰੋਕਦੇ ਨੇ ਨਾ ਜਾਓ ਨਾ ਜਾਓ। ਪਰ ਹੁਣ ਬਾਬਲ ਦੀ ਆਖੀ ਗੱਲ ਵੀ ਤੇ ਪੁਗਾਣੀ ਆ। ਪਿਓ ਨੇ ਕਹਿਤਾ ਪੁੱਤ ਤੇਰਾ ਇੱਥੇ ਕੋਈ ਨਹੀਂ, ਤੂੰ ਚੱਲ ਸਾਡੇ ਨਾਲ, ਬੱਚਿਆਂ ਦੀ ਪਰਵਰਿਸ਼ ਸਾਡੇ ਕੋਲ ਰਹਿ ਕੇ ਕਰ ਲਈ। ਨਗਰ ਨਾਰ ਮਿਲਣੇ ਜੋ ਆਈ ਸਭ ਲੋਚਨ ਜਲ ਧਾਰ ਬਹਾਈ। ਇੱਕਦਮ ਵਿਹੜੇ ਵਿੱਚ ਸੁੰਨ ਪਸਰ ਗਈ, ਕੋਈ ਕਿਸੇ ਨਾਲ ਨਹੀਂ ਬੋਲਦਾ, ਹਾਲਾਤ ਏਦਾਂ ਦੇ ਹੋ ਗਏ, ਸਭ ਰੋਏ। ਕਹਿੰਦੇ ਜੋ ਬੇਬੇ ਨਾਨਕੀ ਜੀ ਦਾ ਸ਼ਰੀਕਾ ਸੀ ਨਾ, ਅੱਜ ਉਹ ਔਰਤਾਂ ਵੀ ਭੁੱਖਾਂ ਮਾਰ ਕੇ ਰੋਈਆਂ। ਮਾਤਾ ਸੁਲੱਖਣੀ ਸਭ ਨੂੰ ਮਿਲਦੇ ਜਾਂਦੇ ਆ, ਦੁੱਖ ਬਹੁਤ ਵੱਡਾ ਬਹੁਤ ਵੱਡਾ। ਫਿਰ ਗੱਲਾਂ ਕਿੱਥੇ ਆ ਰਹੀਆਂ, ਘੁੰਮ ਫਿਰ ਕੇ ਗੱਲ ਤੇ ਗੁਰੂ ਨਾਨਕ ਸਾਹਿਬ ਦੀ ਹੋ ਗਈ। ਸਭ ਕੀ ਕਹਿੰਦੇ ਆ, ਕਹਿੰਦੇ ਜੇ ਉਹ ਏਦਾਂ ਨਾ ਕਰਦੇ ਆਪ ਕੁਝ ਨਹੀਂ ਸੀ ਹੋਣਾ। ਰੱਬ ਨੂੰ ਕੋਸਿਆ ਜਾ ਰਿਹਾ, ਉਸ ਪਰਮਾਤਮਾ ਦੇ ਉੱਤੇ ਸਾਰੀ ਗੱਲ ਆ ਰਹੀ ਹੈ ਵੀ ਉਹਨਾਂ ਕਰਕੇ ਹੋਇਆ। ਹੱਸਦਾ ਵਸਦਾ ਕਰ ਕਹਿੰਦੇ ਵੇਖੋ ਕਿਹੜੇ ਰਾਹ ਚੱਲਿਆ। ਬੀਬੀਆਂ ਬਹੁਤ ਰੋਈਆਂ, ਭੈਣਾਂ ਬੜੀਆਂ ਰੋਈਆਂ, ਲੋਕ ਰੋਏ। ਆਖਰਕਾਰ ਘਰ ਦੀ ਦਹਲੀਜ਼ ਤੋਂ ਬਾਹਰ ਆਏ। ਬੇਬੇ ਨਾਨਕੀ ਮਾਸੀ ਤੋਂ ਮਾਫੀ ਮੰਗਦੇ ਪੈਰੀ ਹੱਥ ਲਾ ਕੇ, ਮਾਸਟਰ ਜੀ ਨੂੰ ਮੱਥਾ ਟੇਕਿਆ, ਉਹ ਵੀ ਰੋਂਦੇ ਆ ਵਿਚਾਰੇ। ਮੂਲ ਚੰਦ ਕਿਹੜਾ ਸੁਖੀ, ਪਰ ਕੀ ਕਰੀਏ, ਇਹ ਦੁਨਿਆਵੀ ਵਿਰਤੀ ਹੈ। ਮਨ ਵਿੱਚ ਭਰਮੀ ਇੰਨਾ ਹੋ ਗਿਆ ਸੀ, ਬੰਦਾ ਇੱਕ ਚਾਅ 'ਚ ਫੈਸਲਾ ਲੈ ਲੈਂਦਾ, ਜਦੋਂ ਫੈਸਲਾ ਨਾ ਇੰਪਲੀਮੈਂਟ ਹੁੰਦਾ ਬੜਾ ਔਖਾ। ਜਦੋਂ ਹਟਾਇਆ ਜਾਂਦਾ ਨਾ ਸੰਤਾਪ, ਫਿਰ ਮਨ ਤੜਫ ਜਾਂਦਾ ਹੈ, ਤੜਫ ਜਾਂਦਾ ਹੈ। ਆਖਰਕਾਰ ਘਰੋਂ ਸਮਾਨ ਚੁੱਕਿਆ ਏ। ਬਾਰ ਬਾਰ ਮਿਲ ਕਰ ਬਹੁ ਭਾਂਤੇ ਬੋਹਰ ਬੋਹਰ ਪਰ ਆਵਤ
ਛਾਤੀ ਐਸੀ ਹਾਲਤ ਹੋਈ ਬਾਰ-ਬਾਰ ਮਾਤਾ ਸੁਲੱਖਣੀ ਭੱਜ ਬੇਬੇ ਨਾਨਕੀ ਨੂੰ ਮਿਲਦੀ ਹੈ, ਭੱਜ ਕੇ ਰੋਈ ਜਾਂਦੇ ਨੇ, ਨਾਲ ਇੱਕ ਦੂਜੇ ਨੂੰ ਗਲ ਲੱਗ ਕੇ ਫੇਰ ਆ ਜਾਂਦੇ, ਗੱਡੇ ਤੇ ਬਹਿਦੇ, ਰੱਥ ਤੇ ਬਹਿੰਦੇ, ਫੇਰ ਆ ਕੇ ਮਿਲ ਲੈਂਦੇ ਆ। ਉਹ ਜਾਣਦੇ ਆ, ਕਿਤੇ ਫੀਲ ਹੁੰਦਾ ਹੈ ਇਹ ਕਿਉਂ ਸਜ਼ਾ ਭੁਗਤ ਰਹੇ, ਆਖੋ ਸਤਿਨਾਮ। ਮੇਰੀ ਨਣਦ ਇਹਨੂੰ ਕਾਹਦੀ ਸਜ਼ਾ ਦੇ, ਮੇਰਾ ਤੇ ਆਪਣੇ ਪਤੀ ਨਾਲ ਸੀ ਨਾ ਰੌਲਾ, ਲੜਾਈ ਤੇ ਉਹਨਾਂ ਨਾਲ ਸੀ, ਮਨ ਮੁਟਾਵ ਉਹਨਾਂ ਨਾਲ ਸੀ, ਇਹ ਇੰਨੇ ਦੁਖੀ ਹੋ ਗਏ। ਰਿਸ਼ਤਾ ਇੱਕ ਟੁੱਟ ਰਿਹਾ ਹੈ, ਟੁੱਟਣ ਦੀ ਕਗਾਰ ਤੇ ਖੜੇ ਹੈ, ਕਿੰਨੀਆਂ ਰੂਹਾਂ ਕੰਬ ਗਈਆਂ। ਦਿਨ ਬੋ ਚੜਿਓ ਪੰਥ ਵੱਡ ਜਾਨਾ, ਚਲੋ ਸਮੂਲੇ ਬਚਨ ਬਖਾਨਾ। ਆਖਰਕਾਰ ਸਤਿਗੁਰਾਂ ਦੇ ਸਹੁਰਾ ਸਾਹਿਬ ਜੀ ਨੇ ਦਿਲ ਤੇ ਪੱਥਰ ਰੱਖਿਆ, ਕੌੜੀ ਆਵਾਜ਼ ਚ ਆਖਿਆ, ਅੰਦਰ ਉੱਤੇ ਪਿਘਲੇ ਪਈ ਆ, ਚਾਹ ਨਿਕਲੀ ਪਈ ਆ। ਕਹਿੰਦੇ ਚੱਲ ਧੀਏ ਬੈਠ ਰੱਥ ਵਿੱਚ, ਬੜਾ ਸਮਾਂ ਹੋ ਗਿਆ। ਦਿਨ ਫਿਰ ਚੜਿਆ, ਦੁਪਹਿਰ ਹੋ ਜਾਣੀ, ਸਵੇਰ ਦਾ ਸਮਾਂ, ਸਾਰੀ ਰਾਤ ਵੀ ਏਦਾਂ ਲੜਾਈ ਹੁੰਦੀ ਨਹੀਂ, ਰੋਂਦੇ ਰਹੇ। ਹੁਣ ਜਦੋਂ ਇਹ ਗੱਲ ਕਹਿ ਦਿੱਤੀ ਨਾ, ਮਾਤਾ ਸੁਲੱਖਣੀ ਜਾਂਦੇ ਫਿਰ ਇੱਕ ਵਾਰ ਆਏ, ਸਤਿਗੁਰਾਂ ਦੇ ਭੈਣ ਜੀ ਦੇ ਚਰਨੀ ਟੇਕੇ, ਮੱਥਾ ਟੇਕਿਆ, ਘੁੱਟ ਜੱਫੀ ਪਾਈ। ਬੇਬੇ ਨਾਨਕੀ ਕਹਿੰਦੇ ਚਿੰਤਾ ਨਾ ਕਰੋ, ਕਰਤਾਰ ਭਰੀ ਕਰੂੰਗਾ। ਆਖਣ ਲੱਗੇ ਪਤਾ ਨਹੀਂ ਜ਼ਿੰਦਗੀ 'ਚ ਮੇਲਾ ਹੋਣਾ ਕਿ ਨਹੀਂ ਹੋਣਾ, ਕੋਈ ਪਤਾ ਜ਼ਿੰਦਗੀ ਦਾ, ਸਵਾਸਾਂ ਦਾ ਇੱਕ ਘੜੀ ਦਾ ਨਹੀਂ ਪਤਾ। ਪਰ ਭੈਣ ਨਾਨਕੀ ਕਹਿੰਦੇ ਸਤਿਗੁਰੂ ਗੁਰੂ ਨਾਨਕ ਜੋ ਕਰਨਗੇ ਭਲਾਈ ਕਰਨਗੇ, ਆਖੋ ਸਤਿਨਾਮ। ਰੱਥ 'ਚ ਬਹਿ ਗਏ, ਸੱਸ ਚੰਦੋ ਰਾਣੀ, ਮੂਲ ਚੰਦ ਬੈਠੇ ਆ। ਕਦੇ ਇਸ ਘਰ ਵਿੱਚ ਖੁਸ਼ੀਆਂ ਨਾਲ ਡੋਲੀ ਆਈ ਸੀ, ਆਉਂਦੇ ਸੀ ਮਿਲਣ ਵਾਸਤੇ ਬੜੇ ਚਾਅ ਨਾਲ, ਮਠਿਆਈਆਂ ਲੈ ਕੇ, ਨਾਲ ਕਦੇ ਪੰਡਤ ਆਉਂਦਾ ਸੀ। ਅੱਜ ਭੁੱਬਾ ਮਾਰ ਕੇ ਰੱਥ ਵਿੱਚ ਬੈਠੇ ਨੇ, ਗੱਡੇ 'ਚ ਬੈਠੇ ਨੇ, ਗੱਡਾ ਇੱਥੋਂ ਤੋਰਿਆ ਗਿਆ ਏ। ਲਖਮੀ ਦਾਸ ਲੀ ਕਰ ਮਾਤਾ, ਗਮਨੀ ਤਬੈ ਸੰਗ ਨਿਜ ਤਾਤਾ। ਮਾਤਾ ਸੁਲੱਖਣੀ ਨੇ ਆਪਣਾ ਪੁੱਤ ਛੋਟਾ ਲਖਮੀ ਦਾਸ ਗੋਦ 'ਚ ਬਿਠਾਇਆ, ਵੱਡੇ ਬਾਬਾ ਸ੍ਰੀ ਚੰਦ ਆਪਣੀ ਭੂਆ ਜੀ ਕੋਲ ਖੜੇ ਆ। ਅੱਜ ਦੋ ਛੋਟੇ ਵੀਰ ਵਿਛੜ ਚੱਲੇ, ਰੱਥ ਤੁਰ ਗਿਆ। ਮੂਲ ਚੰਦ ਅੱਖਾਂ ਸਾਫ਼ ਕਰਦੇ, ਅੰਦਰੋਂ ਅੰਦਰ ਰੋਂਦੇ ਇੱਥੋਂ ਚਲੇ ਗਏ। ਉਹ ਤੋਂ ਬਾਅਦ ਕਈ ਦਿਨ ਤੱਕ ਜੈ ਰਾਮ ਜੀ ਤੇ ਭੈਣ ਨਾਨਕੀ ਨਾ ਘਰ ਤੋਂ ਬਾਹਰ ਆਏ, ਨਾ ਕੁਝ ਖਾਧਾ, ਨਾ ਕੁਝ ਅੰਦਰ ਲੰਘ। ਭੁੱਖੇ ਪਿਆਸੇ ਰੋਂਦੇ ਰਹਿੰਦੇ ਆ, ਤੜਫਦੇ ਆ, ਸੋਚਦੇ ਆ ਰੱਬਾ ਇਹ ਕੀ ਹੋ ਗਿਆ। ਪਰ ਇੱਕ ਵਾਰ ਵੀ ਭੈਣ ਨਾਨਕੀ ਨੇ ਇਹ ਨਹੀਂ ਆਖਿਆ ਵੀਰੇ ਤੇ ਤੇਰੇ ਨਾਲ ਕੀ ਹੋਇਆ, ਇੱਕ ਵਾਰ ਵੀ ਨਹੀਂ ਗਿਆ। ਅੰਦਰੋਂ ਅੰਦਰ ਮਰ ਜਾ ਕੇ ਅਰਦਾਸਾਂ ਕਰਦੇ, ਕਹਿੰਦੇ ਸਤਿਗੁਰੂ ਦੁਨੀਆ ਦਾ ਭਲਾ ਕਰਨ ਵਾਲਿਆ, ਕਿਤੇ ਸਾਨੂੰ ਵੀ ਮੱਤ ਦੇ ਦੇ, ਆਖੋ ਸਤਿਨਾਮ। ਸਾਨੂੰ ਵੀ ਕਿਤੇ ਗਿਆਨ ਦੀ ਦਾਤ ਦੇ ਦਿਓ। ਇਹ ਬੜੇ ਔਖੇ ਦਿਨ ਲੰਘੇ ਆ, ਪਰ ਸੰਗ ਦੀ ਸਮਾਪਤੀ ਹੈ, ਸਮਾਂ ਸਮਾਪਤ ਹੈ। ਜਿਵੇਂ ਜਿਵੇਂ ਸਤਿਗੁਰ ਕਿਰਪਾ ਰਹਿਮਤ ਕਰਨਗੇ, ਆਉਣ ਵਾਲੇ ਦਿਨਾਂ 'ਚ ਇਹਨਾਂ ਪ੍ਰਸੰਗਾਂ ਦਾ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।